A very good morning, dear students. ਆਪਾਂ ਬੇਟਾ ਲਾਸਟ ਦੋ ਜਿਹੜੇ ਲੈਕਚਰ ਸੀ ਉਹਦੇ ਵਿੱਚ ਆਪਾਂ ਸਰਕਲ ਦੇ ਬਾਰੇ ਬੇਸਿਕ ਜਾਣਕਾਰੀ ਤੇ ਜੋ ਸਰਕਲ ਦੇ ਨਾਲ ਰਿਲੇਟਡ ਥਿਊਰਮਸ ਆਪਾਂ ਇਸ ਚੈਪਟਰ ਦੇ ਵਿੱਚ ਕਰਨੀਆਂ ਆਪਾਂ ਉਹਨਾਂ ਦੇ ਪ੍ਰੂਫ ਵੀ ਕੀਤੇ ਸਨ ਤੇ ਮੈਂ ਤੁਹਾਨੂੰ ਦੱਸਿਆ ਵੀ ਸੀ ਕਿ ਤੁਸੀਂ ਇਹਦੇ ਨਾਲ ਦੀ ਐਕਟੀਵਿਟੀ ਆਪਣੇ ਮੈਥ ਫੇਅਰ 'ਚ ਵੀ ਕੀਤੀ ਸੀ ਜਿਹਦੇ ਨਾਲ ਆਪਾਂ ਕਾਫੀ ਜਿਹੜੇ ਦੇ ਪ੍ਰੂਫ ਹੈ ਉਹ ਵੈਰੀਫਾਈ ਵੀ ਕੀਤੇ ਸੀ ਤੇ ਅੱਜ ਦੇ ਲੈਕਚਰ 'ਚ ਬੇਟਾ ਆਪਾਂ ਪਿਛਲੇ ਜਿਹੜੇ ਆਪਾਂ ਹੁਣ ਤੱਕ ਜਿੰਨੇ ਵੀ ਥਿਊਰਮਸ ਪੜੀਆਂ ਆਪਾਂ ਉਹਨਾਂ ਨੂੰ ਇੱਕ ਵਾਰੀ ਜਲਦੀ ਨਾਲ ਰਿਵਾਈਜ਼ ਕਰਾਂਗੇ ਉਸ ਤੋਂ ਬਾਅਦ ਆਪਾਂ ਇੱਕ ਦੋ ਥਿਊਰਮਸ ਹੋਰ ਜਿਹੜੀਆਂ ਆਪਾਂ ਨੂੰ ਚਾਹੀਦੀਆਂ ਇਸ ਚੈਪਟਰ ਵਾਸਤੇ ਉਹ ਆਪਾਂ ਜਿਹੜੀਆਂ ਥਿਊਰਮਸ ਹੈ ਉਹ ਕਰਾਂਗੇ ਤੇ ਉਹਦੇ ਨਾਲ ਹੀ ਬੇਟਾ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਤੁਹਾਡੇ ਸਭ ਦੇ ਐਗਜ਼ਾਮ ਸਟਾਰਟ ਹੈ ਮੰਡੇ ਤੋਂ ਤੇ ਉਹਦੇ ਪੁਆਇੰਟ ਆਫ ਵਿਊ ਨਾਲ ਆਪਾਂ ਜਿਹੜੇ ਇੰਪੋਰਟੈਂਟ ਕੁਐਸਚਨ ਹੈ ਔਰ ਪੇਪਰ 'ਚ ਕੁਐਸਚਨ ਜਿਹੜੇ ਆਉਣ ਵਾਲੇ ਆ ਬੇਟਾ ਉਹ ਆਪਾਂ ਜਿਹੜੇ ਕੁਐਸਚਨ ਹੈ ਉਹ ਅੱਜ ਕਰਾਂਗੇ ਤੇ ਜੇ ਤੁਹਾਡੇ ਕੋਲ ਕਾਪੀ ਪੈਨ ਹੈ ਤਾਂ ਤੁਸੀਂ ਵੀ ਨਾਲ ਦੀ ਨਾਲ ਉਹ ਜਿਹੜੇ ਕੁਐਸਚਨ ਹੈ ਉਹ ਜ਼ਰੂਰ ਕਰਨਾ ਤਾਂ ਕਿ ਤੁਹਾਡੇ ਇੱਕ ਤਰ੍ਹਾਂ ਨਾਲ ਪੇਪਰ ਦੀ ਵੀ ਜਿਹੜੀ ਹੈ ਉਹ ਤਿਆਰੀ ਹੋ ਜਾਏ ਤੇ ਤੁਹਾਡੇ ਸਕਰੀਨ ਤੇ ਬੇਟਾ ਹੁਣ ਤੁਸੀਂ ਧਿਆਨ ਨਾਲ ਜੇ ਦੇਖੋ ਤਾਂ ਆਪਾਂ ਚੱਕਰ ਦੇ ਬਾਰੇ ਜੋ ਕੁਝ ਅਜੇ ਤੱਕ ਅਸੀਂ ਪੜਿਆ ਹੈ ਅਸੀਂ ਉਸ ਨੂੰ ਦੇਖਦੇ ਹਾਂ ਇਹ ਵਾਲੀਆਂ ਬੇਟਾ ਸਾਰੀਆਂ ਤੁਸੀਂ ਤੁਹਾਨੂੰ ਦੇਖ ਕੇ ਯਾਦ ਆ ਗਿਆ ਹੋਣਾ ਆਪਾਂ ਇਹ ਸਾਰੀਆਂ ਜੋ ਤੁਸੀਂ ਚਿੱਤਰ ਦੇਖ ਰਹੇ ਹੋ ਆਪਾਂ ਇਹਦੇ ਨਾਲ ਦੀਆਂ ਸਾਰੀਆਂ ਥਿਊਰਮਸ ਆਪਾਂ ਲਾਸਟ ਲੈਕਚਰਸ ਦੇ ਵਿੱਚ ਕੀਤੀਆਂ ਹਨ ਤੇ ਆਪਾਂ ਇੱਕ ਵਾਰੀ ਫੇਰ ਤੋਂ ਉਹਨਾਂ ਨੂੰ ਤੁਹਾਨੂੰ ਮੈਂ ਰਿਵਾਈਜ਼ ਕਰਾਉਣ ਲਈ ਇੱਕ ਵਾਰੀ ਫੇਰ ਤੋਂ ਤੁਹਾਨੂੰ ਦਿਖਾਉਂਦੀ ਹਾਂ ਜਿਵੇਂ ਕਿ ਪਹਿਲੀ ਜੋ ਥਿਊਰਮ ਸੀ ਚੱਕਰ ਦੀਆਂ ਬਰਾਬਰ ਜੀਵਾਵਾਂ ਕੇਂਦਰ ਤੇ ਸਮਾਨ ਕੋਣ ਬਣਾਉਂਦੀਆਂ ਹਨ ਬੇਟਾ ਥਿਊਰਮ ਦੀ ਜਿਹੜੀ ਸਟੇਟਮੈਂਟ ਹੈ ਤੁਸੀਂ ਜਿੰਨੀ ਵਾਰ ਉਹਨੂੰ ਆਪ ਬੋਲੋਗੇ ਉਹਨੂੰ ਜਿੰਨੀ ਵਾਰ ਤੁਸੀਂ ਆਪ ਲਿਖੋਗੇ ਉਹ ਤੁਹਾਨੂੰ ਐਸ ਸੱਚ ਬੇਟਾ ਯਾਦ ਹੋ ਜਾਂਦੀ ਹੈ ਤੇ ਪੇਪਰ ਦੇ ਵਿੱਚ ਤੁਹਾਡੇ ਅਧਿਆਪਕ ਸਹਿਬਾਨ ਵੀ ਤੁਹਾਨੂੰ ਦੱਸਦੇ ਹੋਣਗੇ ਕਿ ਜਦੋਂ ਤੁਸੀਂ ਕੋਈ ਵੀ ਕੁਐਸਚਨ ਸੋਲਵ ਕਰਦੇ ਹੋ ਤੇ ਤੁਸੀਂ ਇਸ ਰਿਜ਼ਲਟ ਨੂੰ ਯੂਜ਼ ਕਰਦੇ ਹੋ ਤਾਂ ਉਹ ਰਿਜ਼ਲਟ ਉੱਥੇ ਲਿਖਣਾ ਜ਼ਰੂਰੀ ਹੁੰਦਾ ਬੇਟਾ ਉਹਦੇ ਮਾਰਕਸ ਹੁੰਦੇ ਆ ਇਸ ਕਰਕੇ ਇਸ ਨੂੰ ਅੱਛੀ ਤਰ੍ਹਾਂ ਤੁਸੀਂ ਸਟੇਟਮੈਂਟ ਜਦੋਂ ਤੁਹਾਨੂੰ ਕਲਾਸ ਟੀਚਰ ਵੀ ਪੁੱਛਦੇ ਆ ਤਾਂ ਬੋਲੋ ਆਪ ਬੋਲ ਕੇ ਦੇਖੋ ਹੁਣ ਜਿਵੇਂ ਅਸੀਂ ਐਜੂਸੈਟ ਤੇ ਉਹਨੂੰ ਇਹ ਤੁਸੀਂ ਦੇਖ ਰਹੇ ਹੋ ਤੇ ਇਹਦੇ ਨਾਲ ਵੀ ਤੁਸੀਂ ਸਟੇਟਮੈਂਟ ਬੋਲੋ ਕਿ ਚੱਕਰ ਦੀਆਂ ਬਰਾਬਰ ਜੀਵਾਵਾਂ ਕੇਂਦਰ ਤੇ ਸਮਾਨ ਕੋਣ ਬਣਾਉਂਦੀਆਂ ਹਨ ਤੁਸੀਂ ਚਿੱਤਰ ਦੇ ਵਿੱਚ ਵੀ ਦੇਖ ਰਹੇ ਹੋ ਕਿ ਜੇਕਰ AB ਤੇ CD ਬੇਟਾ ਦੋਨੋਂ ਜੀਵਾਵਾਂ ਜੇ ਬਰਾਬਰ ਹੈ ਤਾਂ ਜਿਹੜੇ ਕੋਣ ਤੁਸੀਂ ਦੇਖ ਰਹੇ ਹੋ ਨਾ ਔਰੇਂਜ ਤੇ ਰੈੱਡ ਬਲੂ ਕਲਰ ਨਾਲ ਇਹ ਦੋਨੋਂ ਕੋਣ ਵੀ ਬੇਟੇ ਕੀ ਹੋਣਗੇ ਬਰਾਬਰ ਹੋਣਗੇ ਜੇ ਮੰਨ ਲਓ ਆ 80 ਡਿਗਰੀ ਤਾਂ ਦਿਸ ਵਿਲ ਆਲਸੋ ਬੀ ਆਫ 80 ਡਿਗਰੀ ਮੈਜ਼ਰਮੈਂਟ ਠੀਕ ਹੈ ਬੱਚੋ ਸੈਕਿੰਡ ਥਿਊਰਮ ਸੀ ਜੇਕਰ ਇੱਕ ਚੱਕਰ ਦੀਆਂ ਜੀਵਾਵਾਂ ਦੁਆਰਾ ਕੇਂਦਰ ਉੱਤੇ ਬਣਾਏ ਕੋਣ ਬਰਾਬਰ ਹੋਣ ਤਾਂ ਉਹ ਜੀਵਾਵਾਂ ਵੀ ਬਰਾਬਰ ਹੁੰਦੀਆਂ ਹਨ ਹੁਣ ਪਹਿਲੇ ਚ ਆਪਾਂ ਨੂੰ ਜੀਵਾਵਾਂ ਦਸੀਆਂ ਸੀ ਮੰਨ ਲਓ ਜੇ ਆ 4 ਸੈਂਟੀਮੀਟਰ ਆ ਵੀ ਚ ਤਾਂ ਆਪਾਂ ਕਿਹਾ ਸੀ ਕੋਣ ਬਰਾਬਰ ਹੋਣਗੇ ਹੁਣ ਮੰਨ ਲਓ ਮੈਨੂੰ ਕੋਣ ਦੱਸਿਆ ਮੰਨ ਲਓ ਮੈਨੂੰ ਦੱਸਿਆ ਕਿ ਇਹ ਵੀ ਤੁਹਾਡੇ ਕੋਲ 75 ਡਿਗਰੀ ਦਾ ਔਰ ਇਹ ਵੀ 75 ਡਿਗਰੀ ਦਾ ਮੰਨ ਲਓ ਤਾਂ ਜੇ ਕੋਣ ਬਰਾਬਰ ਹੈ ਤਾਂ ਜੀਵਾਵਾਂ ਡੈਫੀਨੇਟਲੀ ਬਰਾਬਰ ਹੋਣਗੀਆਂ ਜੇਕਰ ਇਹ ਵੀ ਮੰਨ ਲਓ 4 ਸੈਂਟੀਮੀਟਰ ਹੈ ਤਾਂ CD ਵਿਲ ਆਲਸੋ ਵੀ 4 ਸੈਂਟੀਮੀਟਰ ਜਾਂ ਜਿੰਨੀ ਵੀ ਬੇਟਾ ਇਹਦੀ ਲੈਂਥ ਹੈ AB ਤੇ CD ਦੀ ਜਿਹੜੀ ਲੈਂਥ ਹੈ ਉਹ ਕੀ ਹੋਏਗੀ ਬਰਾਬਰ ਹੋਏਗੀ ਇਜ਼ ਇਟ ਕਲੀਅਰ ਹੁਣ ਬੇਟੇ ਨੈਕਸਟ ਆਪਾਂ ਦੇਖਦੇ ਹਾਂ ਕਿ ਉਸ ਤੋਂ ਅਗਲੀ ਥਿਊਰਮ ਆਪਾਂ ਕੀ ਕੀਤੀ ਸੀ ਕਿ ਇੱਕ ਚੱਕਰ ਦੇ ਕੇਂਦਰ ਤੋਂ ਇੱਕ ਜੀਵਾ ਤੇ ਖਿੱਚਿਆ ਗਿਆ ਲੰਬ ਜੀਵਾ ਨੂੰ ਸਮਦੁਭਾਜਿਤ ਕਰਦਾ ਹੈ ਤੁਹਾਨੂੰ ਯਾਦ ਵੀ ਆ ਗਿਆ ਹੋਣਾ ਦੇਖ ਕੇ ਡਾਇਗਰਾਮ ਆਪਾਂ ਇੱਕ ਸਕੇਲ ਨਾਲ ਦੇਖਿਆ ਵੀ ਸੀ ਕਿ ਇੱਕ ਜੀਵਾ ਖਿੱਚੀ ਸੀ ਤੇ ਜੀਵਾ ਤੇ ਆਪਾਂ ਕੇਂਦਰ ਤੋਂ ਜੇ ਲੰਬ ਖਿੱਚਦੇ ਆ ਤਾਂ ਜੀਵਾ ਨੂੰ ਬਿਲਕੁਲ ਐਗਜ਼ੈਕਟਲੀ ਉਹ ਕੀ ਕਰਦਾ ਹੈ ਸਮਦੁਭਾਜਿਤ ਕਰਦਾ ਹੈ ਦੋ ਬਰਾਬਰ ਹਿੱਸਿਆਂ ਚ ਵੰਡਦਾ ਹੈ ਤੁਹਾਨੂੰ ਮੈਂ ਸਕੇਲ ਨਾਲ ਦਿਖਾਇਆ ਵੀ ਸੀ ਦੇਖੋ ਜੇਕਰ ਜੀਵਾ ਤੁਹਾਨੂੰ ਬਲੈਕ ਲਾਈਨ ਨਾਲ ਥੋੜੀ ਦਿਖ ਵੀ ਰਹੀ ਹੋਣੀ ਹੈ ਤੇ ਜਦੋਂ ਆਪਾਂ ਲੰਬ ਖਿੱਚਿਆ ਬੇਟਾ ਇਹਦੇ ਤੇ ਤਾਂ 4 ਸੈਂਟੀਮੀਟਰ ਦੀ ਟੋਟਲ ਜਿਹੜੀ ਜੀਵਾ ਦੀ ਲੰਬਾਈ ਐਗਜ਼ੈਕਟਲੀ 2 ਸੈਂਟੀਮੀਟਰ ਦੇ ਵਿੱਚ ਉਹ ਜੀਵਾ ਵੰਡੀ ਗਈ ਉਸੇ ਤਰ੍ਹਾਂ ਬੇਟਾ ਨੈਕਸਟ ਸੀ ਕਿ ਇੱਕ ਚੱਕਰ ਦੇ ਕੇਂਦਰ ਤੋਂ ਇੱਕ ਜੀਵਾ ਨੂੰ ਸਮਦੁਭਾਜਿਤ ਕਰਨ ਲਈ ਖਿੱਚੀ ਗਈ ਰੇਖਾ ਜੀਵਾ ਉੱਤੇ ਲੰਬ ਹੁੰਦੀ ਹੈ ਹੁਣ ਪਹਿਲੇ ਚ ਬੇਟਾ ਕੀ ਸੀ ਮੈਂ ਸਾਈਮਲਟੇਨੀਅਸਲੀ ਲਿਖਣ ਦਾ ਵੀ ਇਹੀ ਮੇਰਾ ਮਤਲਬ ਹੈ ਕਿ ਜੇ ਆਪਾਂ ਪਹਿਲਾਂ ਜੀਵਾ ਖਿੱਚੀ ਤੇ ਕੇਂਦਰ ਤੋਂ ਇਹਦੇ ਤੇ ਲੰਬ ਖਿੱਚਿਆ ਮਤਲਬ ਆਪਾਂ ਜੇ ਲੰਬ ਖਿੱਚਿਆ ਤਾਂ ਉਹਨੇ ਜੀਵਾ ਨੂੰ ਸਮਦੁਭਾਜਿਤ ਕਰਤਾ ਹੁਣ ਦੂਸਰੀ ਥਿਓਰਮ ਚੋਂ ਕੀ ਕਹਿ ਰਿਹਾ ਹੈ ਕਿ ਜੇਕਰ ਜੀਵਾ ਨੂੰ ਸਮਦੁਭਾਜਿਤ ਕਰਨ ਲਈ ਅਸੀਂ ਮੰਨ ਲਓ ਪੁਆਇੰਟ D ਲੈ ਲਿਆ ਠੀਕ ਹੈ ਜੀ ਤੇ ਜਦੋਂ ਅਸੀਂ ਕੇਂਦਰ ਤੋਂ ਇਸ D ਨੂੰ ਮਿਲਾਵਾਂਗੇ ਪੁਆਇੰਟ D ਕੀ ਹੈ ਜਿਹੜਾ AB ਨੂੰ ਕੀ ਕਰਦਾ ਹੈ ਸਮਦੁਭਾਜਿਤ ਅਸੀਂ ਪਹਿਲਾਂ ਹੀ ਲੱਭ ਲਿਆ ਪੁਆਇੰਟ ਠੀਕ ਹੈ ਨਾ ਜਦੋਂ ਅਸੀਂ OD ਨੂੰ ਮਿਲਾਵਾਂਗੇ ਤਾਂ ਬੇਟਾ ਇਹਨੂੰ ਕੀ ਕਰੇਗੀ ਹਮੇਸ਼ਾ ਹੀ ਇਹਦੇ ਤੇ ਲੰਬ ਹੋਏਗੀ 90 ਡਿਗਰੀ ਦੇ ਬੇਟਾ ਐਂਗਲ ਆਟੋਮੈਟਿਕਲੀ ਇਹਦੇ ਤੇ ਬਣਨਗੇ ਨੈਕਸਟ ਬੇਟਾ ਆਪਾਂ ਥਿਓਰਮ ਕੀਤੀ ਸੀ ਕਿ ਤਿੰਨ ਦਿੱਤੇ ਹੋਏ ਅਸਮਰੇਖੀ ਬਿੰਦੂਆਂ ਵਿੱਚੋਂ ਹੋ ਕੇ ਜਾਣ ਵਾਲਾ ਇੱਕ ਅਤੇ ਸਿਰਫ ਇੱਕ ਹੀ ਚੱਕਰ
ਹੁੰਦਾ ਹੈ। ਤੇ ਇਹ ਬੇਟਾ ਮੈਂ ਤੁਹਾਨੂੰ ਦੱਸਿਆ ਵੀ ਸੀ ਲਾਸਟ ਟਾਈਮ ਆਪਾਂ ਇਹਦੇ ਤੇ ਆਪਾਂ ਚਾਹ ਰਹੇ ਸੀ, ਮੈਂ ਤੁਹਾਨੂੰ ਕਿਹਾ ਸੀ ਇੱਕ ਵੀਡੀਓ ਮੈਂ ਉਹ ਆਪਣੀ ਨਹੀਂ ਡਿਸਪਲੇ ਹੋਈ ਸੀ, ਤੁਸੀਂ ਇਸ ਆਪਾਂ ਰਚਨਾ ਵੀ ਕੀਤੀ ਸੀ, ਤੁਸੀਂ ਦੇਖ ਰਹੇ ਹੋ 3 ਬਿੰਦੂ ਤੁਹਾਨੂੰ ਦਿਖ ਰਹੇ ਹਨ A B C। ਆਪਾਂ ਦੇਖਾਂਗੇ ਕਿ ਇਸ ਤੇ ਕਿਵੇਂ ਜਿਹੜਾ ਹੈ ਆਪਾਂ ਇਹਦੇ ਤੇ ਚੱਕਰ ਖਿੱਚ ਸਕਦੇ ਹਾਂ। ਤੁਸੀਂ ਧਿਆਨ ਨਾਲ ਇਸ ਨੂੰ ਦੇਖੋ। ਪਹਿਲਾਂ ਅਸੀਂ ਬਿੰਦੂ A B ਨੂੰ ਮਿਲਾ ਲਿਆ, ਫਿਰ ਅਸੀਂ ਬਿੰਦੂ B C ਨੂੰ ਮਿਲਾ ਲਿਆ। ਉਸ ਤੋਂ ਬਾਅਦ ਅਸੀਂ ਬੇਟਾ ਕੀ ਕਰਨਾ ਹੈ, ਜਿਹੜਾ ਰੇਖਾਖੰਡ BC ਦਾ ਲੰਬ ਸਮਦੁਭਾਜਕ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ, ਅੱਧ ਤੋਂ ਵੱਧ ਆਪਣੀ ਪ੍ਰਕਾਰ ਖੋਲ ਕੇ ਅਸੀਂ ਚਾਪਾਂ ਇਸ ਤਰ੍ਹਾਂ ਦੋਨੋਂ ਸਾਈਡ ਤੇ ਲਗਾਉਂਦੇ ਆ ਰੇਖਾਖੰਡ ਦੇ, ਜਿੱਥੇ ਉਹ ਕੱਟਦੀਆਂ ਸੀ ਉਸ ਨੂੰ ਇਸ ਤਰ੍ਹਾਂ ਸਕੇਲ ਨਾਲ ਮਿਲਾ ਲੈਂਦੇ ਆ ਬੇਟਾ। ਫਿਰ ਉਸੇ ਤਰ੍ਹਾਂ ਅਸੀਂ ਦੂਸਰਾ ਰੇਖਾਖੰਡ ਲੈਂਦੇ ਆ AB, ਅਸੀਂ ਉਵੇਂ ਹੀ ਫਿਰ ਅੱਧ ਤੋਂ ਵੱਧ ਪ੍ਰਕਾਰ ਉਹਦੀ ਖੋਲ ਕੇ ਅਸੀਂ ਉਹਨੇ ਅਰਧਵਿਆਸ ਦੀਆਂ ਚਾਪਾਂ ਲਗਾ ਕੇ ਬੇਟਾ, ਜਿੱਥੇ ਉਹ ਦੋਨੋਂ ਪਾਸੇ ਚਾਪਾਂ ਲਗਾ ਕੇ ਆਪਸ 'ਚ ਤੁਸੀਂ ਦੇਖ ਹੀ ਪਾ ਰਹੇ ਹੋ ਲੰਬ ਸਮਦੁਭਾਜਕ ਜਿਹਨੂੰ ਅਸੀਂ ਕਹਿੰਦੇ ਖਿੱਚ ਲੈਂਦੇ ਹਾਂ। ਜਿੱਥੇ ਲੰਬ ਸਮਦੁਭਾਜਕ ਮਿਲਦੇ ਆ ਉਹਨੂੰ ਬਿੰਦੂ O, ਤੇ O ਤੋਂ ਲੈ ਕੇ ਬੇਟਾ ਕਿਸੇ ਵੀ ਬਿੰਦੂ ਤੱਕ ਤੁਸੀਂ ਆਪਣੀ ਜਿਹੜੀ ਪ੍ਰਕਾਰ ਖੋਲ ਕੇ ਤੁਸੀਂ ਦੇਖੋ, ਤੁਸੀਂ ਇਸ ਤਰ੍ਹਾਂ ਚੱਕਰ ਦੀ ਜਿਹੜੀ ਰਚਨਾ ਬੇਟੇ ਕਰ ਸਕਦੇ ਹੋ। ਆਪਾਂ ਇਹਦੇ ਨਾਲ ਹੋਰ ਵੀ ਰਿਲੇਟਡ 2-3 ਚੀਜ਼ਾਂ ਕੀਤੀਆਂ ਸੀ ਕਿ ਜੇਕਰ ਕੋਈ ਤ੍ਰਿਭੁਜ ਦਿੱਤਾ ਹੋਇਆ ਹੈ, ਤੁਸੀਂ ਉਹਦਾ ਪਰਿਚੱਕਰ ਖਿੱਚਣਾ ਚਾਹੁੰਦੇ ਹੋ ਤਾਂ ਵੀ ਸੇਮ ਕੰਸਟਰਕਸ਼ਨ ਹੈ। ਕੋਈ ਆਰਕ ਦਿੱਤੀ ਹੋਈ ਹੈ, ਤੁਸੀਂ ਉਸ ਆਰਕ ਤੋਂ ਚੱਕਰ ਕੰਪਲੀਟ ਕਰਨਾ ਚਾਹੁੰਦੇ ਹੋ ਤਾਂ ਵੀ ਅਗੇਨ ਦ ਸੇਮ ਕੰਸਟਰਕਸ਼ਨ। ਸਿਮਿਲਰਲੀ ਇੱਕ ਹੋਰ ਕੁਐਸਚਨ ਕੀ ਬਣਦਾ ਸੀ ਕਿ ਜੇਕਰ ਇੱਕ ਚੱਕਰ ਦਿੱਤਾ ਹੋਇਆ, ਮੈਂ ਤੁਹਾਨੂੰ ਇੱਕ ਦੱਸਿਆ ਵੀ ਸੀ ਕਿ ਤੁਸੀਂ ਇੱਕ ਚੱਕਰ ਲਓ ਖਿੱਚ ਕੇ, ਜਿਵੇਂ ਕੋਈ ਬੈਂਗਲ ਹੈ, ਠੀਕ ਹੈ, ਮੰਨ ਲਓ ਤੁਸੀਂ ਉਹਦਾ ਚੱਕਰ ਦਾ ਕੇਂਦਰ ਫਾਈਂਡ ਆਊਟ ਕਰਨਾ ਹੈ, ਤਾਂ ਆਪਾਂ ਕਿਵੇਂ ਫਾਈਂਡ ਆਊਟ ਕਰ ਸਕਦੇ ਹਾਂ? ਬਿਲਕੁਲ ਇਸੇ ਹੀ ਕੰਸਟਰਕਸ਼ਨ ਨਾਲ ਅਸੀਂ ਉਸ ਚੱਕਰ ਦਾ ਕੇਂਦਰ ਵੀ ਹੈ ਜਿਹੜਾ ਬੇਟੇ ਉਹ ਲੱਭ ਸਕਦੇ ਹਾਂ। ਉਸ ਤੋਂ ਬਾਅਦ ਬੇਟੇ ਆਪਾਂ ਸਿੱਖਿਆ ਸੀ ਕਿ ਇੱਕ ਬਿੰਦੂ ਤੋਂ ਇੱਕ ਰੇਖਾ ਉੱਤੇ ਲੰਬ ਦੀ ਲੰਬਾਈ ਰੇਖਾ ਦੀ ਬਿੰਦੂ ਤੋਂ ਦੂਰੀ ਹੁੰਦੀ ਹੈ। ਹੁਣ ਮਤਲਬ ਇਹਦਾ ਗੱਲ ਸਮਝਣ ਦੇ ਵਿੱਚ ਇਹਦੇ ਵਿੱਚ ਕੀ ਆਂਦੀ ਹੈ ਕਿ ਜਦੋਂ ਆਪਾਂ ਕਹਿ ਦਿੰਨੇ ਆ ਕਿ ਬਿੰਦੂ P ਦੀ, ਮੈਂ ਤੁਹਾਨੂੰ ਇਹ ਲਾਈਨ ਆਪਾਂ ਐਗਜ਼ਾਮਪਲ ਲੈ ਕੇ ਇਹਨੂੰ ਆਪਾਂ ਅੱਛੀ ਤਰ੍ਹਾਂ ਐਕਸਪਲੇਨ ਵੀ ਕੀਤਾ ਸੀ ਕਿ ਜੇ ਮੈਂ ਕਹਾਂ ਬਿੰਦੂ P ਦੀ ਰੇਖਾਖੰਡ AB ਤੋਂ ਕਿੰਨੀ ਦੂਰੀ ਹੈ, ਤਾਂ ਹੁਣ ਦੇਖੋ ਇੱਥੇ ਤਾਂ ਬਹੁਤ ਸਾਰੇ ਅਣਗਿਣਤ ਪੁਆਇੰਟਸ ਨੇ, ਤਾਂ ਆਪਾਂ ਕਿਹੜੇ ਇੱਕ ਰੇਖਾਖੰਡ ਤੇ ਆਪਾਂ ਨੂੰ ਪਤਾ ਅਣਗਿਣਤ ਪੁਆਇੰਟ ਹੈ, ਆਪਾਂ ਕਿਹੜੇ ਪੁਆਇੰਟ ਤੋਂ ਦੂਰੀ ਲੈਣੀ ਹੈ, ਕਿਹੜੀ ਦੂਰੀ ਨੂੰ ਮੰਨਾਂਗੇ? P ਤੋਂ ਲੈ ਕੇ M ਜਿਹੜਾ ਪੁਆਇੰਟ ਹੈ ਬੇਟੇ ਇਹਦੀ ਲੰਬ ਦੂਰੀ ਹੈ, ਮਤਲਬ ਇਹ ਤੇ 90 ਡਿਗਰੀ ਦਾ, ਪਰ ਬਾਕੀ ਜਿਹੜੇ ਕੋਣ ਹੈ ਉਹ 90 ਡਿਗਰੀ ਦੇ ਨਹੀਂ ਹਨ, ਬਾਕੀ ਕਿਸੇ ਇੱਕ ਪੁਆਇੰਟ ਤੇ ਬਣੇਗਾ ਨਾ 90 ਡਿਗਰੀ ਦਾ ਐਗਜ਼ੈਕਟਲੀ। ਤਾਂ ਅਸੀਂ ਉਸੇ ਹੀ ਪੁਆਇੰਟ ਨੂੰ, ਉਸੇ ਹੀ ਦੂਰੀ ਨੂੰ, ਇੱਕ ਬਿੰਦੂ ਤੋਂ ਇੱਕ ਰੇਖਾ ਉੱਤੇ ਲੰਬ ਦੀ ਲੰਬਾਈ ਰੇਖਾ ਦੀ ਬਿੰਦੂ ਤੋਂ ਦੂਰੀ ਹੁੰਦੀ ਹੈ, ਯਾਨੀ ਕਿ ਉਹ ਪੁਆਇੰਟ ਜਿੱਥੇ ਕਿ ਉਹ ਪੁਆਇੰਟ ਕਿਹੜਾ ਹੈ M, ਜਿੱਥੇ ਕਿ ਬਿੰਦੂ P ਤੋਂ ਕੀ ਬਣਦਾ ਹੈ, ਲੰਬ ਬਣਦਾ ਹੈ। ਤਾਂ ਇਹ ਜਿਹੜੀ ਲੰਬ ਦੂਰੀ ਨੂੰ ਹੀ ਅਸੀਂ ਐਕਚੁਅਲੀ ਦੂਰੀ ਮੰਨਦੇ ਹਾਂ। ਜਦੋਂ ਹੁਣ ਤੁਹਾਨੂੰ ਕਿਤੇ ਕੋਈ ਕਹੇ ਕਿ ਇੱਕ ਬਿੰਦੂ P ਕਿਸੇ ਰੇਖਾਖੰਡ ਤੋਂ 10 ਸੈਂਟੀਮੀਟਰ ਦੂਰੀ ਤੇ ਹੈ, ਤਾਂ ਤੁਹਾਡੇ ਦਿਮਾਗ 'ਚ ਆ ਜਾਣਾ ਚਾਹੀਦਾ 10 ਸੈਂਟੀਮੀਟਰ ਕਿਹੜੀ ਦੂਰੀ ਹੈ? ਲੰਬ ਦੂਰੀ। ਇਹ ਯਾਦ ਰੱਖਣਾ, ਆਪਾਂ ਹਰ ਵਾਰ ਲੰਬ ਦੂਰੀ ਨਹੀਂ ਲਿਖਦੇ, ਅਸੀਂ ਦੂਰੀ ਹੀ ਯੂਜ਼ ਕਰਦੇ ਹਾਂ ਕਨਵੈਨਸ਼ਨਲੀ, ਪਰ ਉਹਦਾ ਮਤਲਬ ਇਹ ਹੁੰਦਾ ਹੈ ਕਿ ਲੰਬ ਦੂਰੀ। ਤੇ ਬੇਟਾ ਹੁਣ ਇੱਕ ਚੀਜ਼ ਤੁਸੀਂ ਇੱਧਰ ਦੇਖੋ, ਇੱਕ ਸਰਕਲ ਤੁਹਾਨੂੰ ਦਿਖ ਰਿਹਾ ਹੈ ਜਿਸ ਦਾ ਚੱਕਰ, ਇਹਦਾ ਕੇਂਦਰ ਕੀ ਹੈ? O ਹੈ। ਇਹਦੇ ਵਿੱਚ ਦੇਖੋ ਬੇਟਾ ਇੱਕ ਤੁਸੀਂ ਜੀਵਾ ਦੇਖੀ, ਤੇ ਆਪਾਂ ਇਸ ਜੀਵਾ ਦੇ ਉੱਪਰ ਕੀ ਖਿੱਚੀ ਇਹਦੀ, ਜਦੋਂ ਮੈਂ ਹੁਣ ਤੁਹਾਨੂੰ ਕਿਹਾ ਕਿ ਚੱਕਰ ਦੇ ਕੇਂਦਰ ਤੋਂ ਜੀਵਾ ਦੀ ਦੂਰੀ, ਤਾਂ ਇਹਦਾ ਮਤਲਬ ਕੀ ਤੁਸੀਂ ਸਮਝਦੇ ਹੋ? ਜੀਵਾ ਦੀ ਦੂਰੀ ਦਾ ਮਤਲਬ ਲੰਬ ਦੂਰੀ। ਇਹ ਹੁਣ ਆਪਾਂ ਯਾਦ ਰੱਖਣਾ ਹੈ। ਹੁਣ ਤੁਸੀਂ ਦੇਖੋ ਬੇਟਾ ਮੈਂ ਇੱਕ ਹੋਰ ਕੀ ਖਿੱਚੀ ਹੈ? ਜੀਵਾ। ਤੁਸੀਂ ਦੇਖ ਰਹੇ ਹੋ ਪਹਿਲੀ ਜੀਵਾ, ਫਿਰ ਇੱਕ ਹੋਰ ਜੀਵਾ, ਤੇ ਫਿਰ ਅਸੀਂ ਇੱਕ ਹੋਰ ਜੀਵਾ। ਤਾਂ ਤੁਸੀਂ ਇਸ ਤੋਂ ਕੁਝ ਕੀ ਆਬਜ਼ਰਵ ਕਰ ਸਕਦੇ ਹੋ? ਤੁਸੀਂ ਕੀ ਆਬਜ਼ਰਵੇਸ਼ਨ ਕੱਢ ਰਹੇ ਹੋ ਕਿ ਜਿਵੇਂ ਜਿਵੇਂ ਜਿਹੜੀ ਜੀਵਾ ਦੀ ਲੰਬਾਈ ਵੱਧਦੀ ਜਾ ਰਹੀ ਹੈ, ਉਵੇਂ ਉਵੇਂ ਉਹਦੀ ਚੱਕਰ ਦੇ ਕੇਂਦਰ ਤੋਂ ਬੇਟੇ ਦੂਰੀ ਕੀ ਹੈ? ਘਟਦੀ ਜਾ ਰਹੀ ਹੈ। ਦੇਖ ਰਹੇ ਹੋ ਨਾ, ਮੈਥਮੈਟਿਕਸ ਹੈ ਬੇਟਾ, ਇਹ ਸਪੈਸ਼ਲੀ ਆਪਣਾ ਇੱਕ ਇਹੋ ਜਿਹਾ ਸਬਜੈਕਟ ਹੈ ਕਿ ਜਿਹੜਾ ਸਾਰੇ ਸਬਜੈਕਟਸ ਨੂੰ ਬੇਸ ਇਸੇ ਕਰਕੇ ਦਿੰਦਾ ਹੈ ਕਿਉਂਕਿ ਆਪਾਂ ਇਹਦੇ ਵਿੱਚ ਆਬਜ਼ਰਵੇਸ਼ਨ ਕਰਨੀ ਸਿੱਖਦੇ ਹਾਂ, ਅਸੀਂ ਨਿਸ਼ਕਰਸ਼ ਕੱਢਣੇ ਸਿੱਖ ਲੈਂਦੇ ਹਾਂ। ਹੁਣ ਦੇਖੋ ਆਪਾਂ ਨੂੰ ਦੇਖਣ 'ਚ ਪਤਾ ਲੱਗ ਗਿਆ ਕਿ ਮੈਂ ਜਿਵੇਂ ਜਿਵੇਂ ਜੀਵਾ ਦੀ ਲੰਬਾਈ ਵਧਾਉਂਦੀ ਗਈ ਉਹ ਚੱਕਰ ਦੇ ਨੇੜੇ ਹੁੰਦੀ ਗਈ, ਚੱਕਰ ਦੇ ਕੇਂਦਰ ਦੇ ਨੇੜੇ ਹੁੰਦੀ ਗਈ, ਯਾਨੀ ਕਿ ਕਹਿ ਸਕਦੇ ਆ ਲੰਬ ਦੂਰੀ ਕੀ ਕਰਦੀ ਹੁੰਦੀ ਗਈ? ਘਟਦੀ ਗਈ। ਹੁਣ ਮੰਨ ਲਓ ਮੈਂ ਤੁਹਾਨੂੰ ਕੁਐਸਚਨ ਪੁੱਛਾਂ ਕਿ ਚੱਕਰ ਦੀ ਸਭ ਤੋਂ ਲੰਬੀ ਜੀਵਾ ਦੀ ਚੱਕਰ ਦੇ ਕੇਂਦਰ ਤੋਂ ਦੂਰੀ ਪਤਾ ਕਰੋ। ਹੁਣ ਕਈ ਵਾਰ ਤਾਂ ਆਪਾਂ ਇਸ ਗੱਲ ਨੂੰ ਲੈ ਕੇ ਕੀ ਪੁੱਛ ਲਿਆ, ਪਰ ਦੇਖੋ ਥੋੜਾ ਸੋਚੋ, ਚੱਕਰ ਦੀ ਸਭ ਤੋਂ ਲੰਬੀ ਜੀਵਾ ਕਿਹੜੀ ਹੁੰਦੀ ਹੈ? ਆਪਾਂ ਪਿਛਲੀ ਵਾਰ ਪੜਿਆ ਸੀ ਚੱਕਰ ਦਾ ਵਿਆਸ, ਤੇ ਚੱਕਰ ਦਾ ਵਿਆਸ ਬੇਟੇ ਕਿੱਥੋਂ ਨਿਕਲਦਾ ਹੈ? ਚੱਕਰ ਦੇ ਕੇਂਦਰ ਵਿੱਚ ਦੀ ਨਿਕਲੇਗਾ। ਤਾਂ ਚੱਕਰ ਦੇ ਕੇਂਦਰ ਤੋਂ ਦੂਰੀ ਕਿੰਨੀ ਹੋ ਜਾਏਗੀ? 0। ਇਹੀ ਮੈਂ ਤੁਹਾਨੂੰ ਦੱਸਣਾ ਚਾਹ ਰਹੀ ਸੀ ਕਿ ਜਿਵੇਂ ਜਿਵੇਂ ਜੀਵਾ ਦੀ ਲੰਬਾਈ ਵੱਧਦੀ ਜਾ ਰਹੀ ਹੈ, ਚੱਕਰ ਦੇ ਕੇਂਦਰ ਤੋਂ ਦੂਰੀ ਘਟਦੀ ਜਾ ਰਹੀ ਹੈ।
ਤੇ ਜਿਹੜੀ ਇਟਸੈਲਫ ਵੀ ਸਭ ਤੋਂ ਲੰਬੀ ਜੀਵਾ ਹੈ ਜੋ ਕਿ ਵਿਆਸ ਹੈ, ਜਦੋਂ ਕੇਂਦਰ ਦੇ ਵਿੱਚੋਂ ਨਿਕਲ ਹੀ ਰਿਹਾ ਤਾਂ ਕੇਂਦਰ ਤੋਂ ਜਿਹੜੀ ਦੂਰੀ ਹੈ ਬੇਟਾ ਉਹਦੀ ਕਿੰਨੀ ਹੋ ਜਾਂਦੀ ਹੈ 0। ਇਹ ਦੋ ਥਿਓਰਮਸ ਹੋਰ ਆਪਾਂ ਇਹ ਪਿਛਲੀ ਵਾਰ ਆਪਾਂ ਨਹੀਂ ਕਰ ਪਾਏ ਸੀ, ਮੈਂ ਇਹਦੇ ਤੁਹਾਨੂੰ ਪ੍ਰੂਫ ਤਾਂ ਨਹੀਂ ਅੱਜ ਕਰਾਵਾਂਗੀ ਬੇਟਾ, ਟਾਈਮ ਨਹੀਂ ਹੈ, ਤੁਸੀਂ ਇਹਨੂੰ ਸਮਝ ਲਓ। ਇੱਕ ਚੱਕਰ ਦੀਆਂ ਬਰਾਬਰ ਜੀਵਾਵਾਂ ਕੇਂਦਰ ਤੋਂ ਸਮਾਨ ਦੂਰੀ ਤੇ ਹੁੰਦੀਆਂ ਹਨ। ਹੁਣ ਕਿਉਂਕਿ ਆਪਾਂ ਦੂਰੀ ਦੀ ਗੱਲ ਆਪਾਂ ਸਮਝਿਆ ਕਨਸੈਪਟ, ਉਹਦੇ ਤੇ ਬੇਸ ਦੋਨੋਂ ਥਿਓਰਮਸ ਨੇ ਕਿ ਚੱਕਰ ਦੀਆਂ ਬਰਾਬਰ ਜੀਵਾਵਾਂ, ਦੇਖੋ ਬੇਟੇ ਦੋ ਜੀਵਾਵਾਂ AB ਤੇ CD, ਇਹ ਬਰਾਬਰ ਇਹਨਾਂ ਦੀ ਲੈਂਥ ਹੈ। ਮੰਨ ਲਓ ਜੇ AB ਤੁਹਾਡੇ ਕੋਲ 5 ਸੈਂਟੀਮੀਟਰ ਹੈ ਤਾਂ CD ਵੀ ਜਿਹੜੀ ਕੀ ਹੈ ਤੁਹਾਡੇ ਕੋਲ ਕਿੰਨੀ ਹੈ 5 ਸੈਂਟੀਮੀਟਰ। ਤਾਂ ਜੇ ਬਰਾਬਰ ਹਨ ਤੇ ਚੱਕਰ ਦੇ ਕੇਂਦਰ ਤੋਂ ਉਹਨਾਂ ਦੀ ਦੂਰੀ ਕੀ ਹੋਏਗੀ ਬਰਾਬਰ। ਹੁਣ ਦੂਰੀ ਬੇਟਾ ਕਿਹੜੀ ਹੈ ਲੰਬ ਦੂਰੀ, that is OM, ਦੇਖੋ ਲੰਬ ਨਾਲ ਤੁਹਾਨੂੰ ਦਰਸਾਇਆ ਗਿਆ ਤੇ ON ਵੀ ਤੁਹਾਨੂੰ ਦਰਸਾਇਆ ਗਿਆ, ਠੀਕ ਹੈ ਬੇਟਾ। ਤਾਂ ਇਹ ਜਿਹੜੀ ਦੂਰੀ ਹੈ ਉਹ ਕੀ ਬਰਾਬਰ ਹੋਈ, ਜੇ ਮੰਨ ਲਓ ਮੈਂ ਤੁਹਾਨੂੰ ਕਹਤਾ ਆ 3.5 ਸੈਂਟੀਮੀਟਰ ਹੈ ਤੇ ਇਹ ਵੀ ਤੁਹਾਡੇ ਕੋਲ ਕੀ ਹੋਏਗੀ 3.5 ਸੈਂਟੀਮੀਟਰ। ਤੇ ਇਹਦੇ ਨਾਲ ਹੀ ਮੈਂ ਤੁਹਾਨੂੰ ਇੱਕ ਰਿਕਾਲ ਹੋਰ ਕਰਾਉਣਾ ਚਾਹੁੰਦੀ ਸੀ, ਆਪਾਂ ਕੀ ਪੜਿਆ ਸੀ ਕਿ ਜਿਹੜੀਆਂ ਜੀਵਾਵਾਂ ਬਰਾਬਰ ਹੈ ਤੇ ਉਹ ਕੇਂਦਰ ਤੇ ਕੋਣ ਵੀ ਕੀ ਬਣਾਉਂਦੀਆਂ ਹਨ ਸਮਾਨ। ਇਹ ਵੈਸੇ ਤੁਹਾਨੂੰ ਮੈਂ ਇੱਕ ਵਾਰ ਰਿਕਾਲ ਕਰਾਇਆ ਹੈ ਇਹਦੇ ਨਾਲ। ਇਹਦਾ ਪ੍ਰੂਫ ਵੀ ਬੇਟੇ ਬੜਾ ਈਜ਼ੀ ਹੈ, ਸਰਵੰਗ ਸਮਤਾ ਨਾਲ ਸਿੱਧ ਹੋ ਜਾਂਦਾ, ਤ੍ਰਿਭੁਜਾਂ ਦੀ ਸਰਵੰਗ ਸਮਤਾ ਨਾਲ। ਪਰ ਹੁਣ ਆਪਾਂ ਆਪਣੇ ਕੋਲ ਟਾਈਮ ਥੋੜਾ, ਇਹੀ ਲੈਕਚਰ ਇਸ ਕਰਕੇ ਮੈਂ ਪ੍ਰੂਫ ਤੁਹਾਨੂੰ ਨਹੀਂ ਕਰਾ ਰਹੀ, ਆਪਾਂ ਰਿਜ਼ਲਟ ਹੀ ਡਿਸਕਸ ਕਰ ਰਹੇ ਹਾਂ। ਨੈਕਸਟ ਹੈ ਬੇਟੇ ਇਸੇ ਥਿਓਰਮ ਦਾ ਆਪਾਂ ਜਿਹਨੂੰ ਕਨਵਰਸ ਕਹਿੰਦੇ ਹਾਂ, ਇੱਕ ਚੱਕਰ ਦੇ ਕੇਂਦਰ ਤੋਂ ਸਮਾਨ ਦੂਰੀ ਤੇ ਸਥਿਤ ਜੀਵਾਵਾਂ ਲੰਬਾਈ ਵਿੱਚ ਸਮਾਨ ਹੁੰਦੀਆਂ ਹਨ। ਹੁਣ ਉਹਨੇ ਸਾਨੂੰ ਇਹ ਦੱਸਿਆ ਹੈ ਕਿ ਸਾਡੇ ਕੋਲ ਦੋ ਜੀਵਾਵਾਂ ਹਨ, ਸਾਨੂੰ ਇਹਦੀ ਲੰਬਾਈ ਨਹੀਂ ਪਤਾ ਕਿੰਨੀ ਹੈ, ਪਰ ਸਾਨੂੰ ਇਹ ਪਤਾ ਹੈ ਕਿ ਕੇਂਦਰ ਤੋਂ ਇਹਨਾਂ ਦੀ ਜਿਹੜੀ ਦੂਰੀ ਮਤਲਬ ਲੰਬ ਦੂਰੀ ਬਰਾਬਰ ਹੈ। ਮੰਨ ਲਓ ਜੇ ਇਹ 2.5 ਹੈ OL, ਤਾਂ ਉਹ ਕਹਿੰਦਾ ਕਿ OM ਵੀ 2, ਸਾਨੂੰ ਉਹਨੇ ਦੱਸਤਾ ਵੀ ਦੋਨੋਂ ਦੂਰੀਆਂ ਬਰਾਬਰ ਹੈ, ਇਹ ਵੀ 2.5 ਹੈ ਇਹ ਵੀ 2.5 ਹੈ। ਤਾਂ ਤੁਸੀਂ ਨਾਲ ਦੀ ਨਾਲ ਕੀ ਰਿਜ਼ਲਟ ਕੱਢ ਲੈਣਾ ਹੈ ਕਿ ਜਿਹੜਾ PQ ਹੈ ਤੇ ਜਿਹੜੀ RS ਹੈ ਇਹਨਾਂ ਦੋਨਾਂ ਦੀ ਲੰਬਾਈ ਵੀ ਕੀ ਹੁੰਦੀ ਹੈ ਬਰਾਬਰ ਹੁੰਦੀ ਹੈ। ਇਹ ਪਿਛਲੀ ਦਾ ਕਨਵਰਸ ਹੈ ਜਿਹੜੀ ਆਪਾਂ ਹੁਣੇ ਪੜ੍ਹੀ ਹੈ, ਠੀਕ ਹੈ ਬੇਟਾ। ਤਾਂ ਆਪਾਂ ਟੋਟਲ ਮਿਲਾ ਕੇ ਜਿੰਨੀਆਂ ਵੀ ਥਿਓਰਮਸ ਪੜ੍ਹੀਆਂ ਹੁਣ ਤੱਕ, ਆਓ ਆਪਾਂ ਇਹਦੀ ਜਲਦੀ ਨਾਲ ਇੱਕ ਰਿਵੀਜ਼ਨ ਕਰ ਲੈਂਦੇ ਹਾਂ। ਤੁਸੀਂ ਫਟਾਫਟ ਮੈਨੂੰ ਬੋਲਣਾ ਹੈ, ਚੱਕਰ ਦੀਆਂ ਬਰਾਬਰ ਜੀਵਾਵਾਂ ਕੇਂਦਰ ਤੇ ਡੈਸ਼ ਕੋਣ ਬਣਾਉਂਦੀਆਂ ਹਨ? ਹਾਂਜੀ ਬਿਲਕੁਲ ਠੀਕ, ਬਰਾਬਰ। ਨੈਕਸਟ ਹੈ ਬੇਟਾ, ਜੇਕਰ ਇੱਕ ਚੱਕਰ ਦੀਆਂ ਜੀਵਾਵਾਂ ਦੁਆਰਾ ਕੇਂਦਰ ਉੱਤੇ ਬਣਾਏ ਕੋਣ ਬਰਾਬਰ ਹੋਣ ਤਾਂ ਉਹ ਜੀਵਾਵਾਂ ਵੀ ਡੈਸ਼ ਹੁੰਦੀਆਂ ਹਨ। ਹਾਂਜੀ ਬਹੁਤ ਸਾਰੇ ਬੱਚਿਆਂ ਨੇ ਆਨਸਰ ਦੇ ਦਿੱਤਾ, ਬਰਾਬਰ ਹੁੰਦੀਆਂ ਹਨ। ਨੈਕਸਟ ਹੈ ਬੇਟੇ, ਇੱਕ ਚੱਕਰ ਦੇ ਕੇਂਦਰ ਤੋਂ ਇੱਕ ਜੀਵਾ ਤੇ ਖਿੱਚਿਆ ਗਿਆ ਲੰਬ ਜੀਵਾ ਨੂੰ ਡੈਸ਼ ਕਰਦਾ ਹੈ। ਕੀ ਕਰਦਾ ਹੈ? ਜੀਵਾ ਨੂੰ ਸਮਦੁਭਾਜਿਤ ਕਰਦਾ ਹੈ। ਉਸੇ ਤਰ੍ਹਾਂ ਬੇਟਾ, ਇੱਕ ਚੱਕਰ ਦੇ ਕੇਂਦਰ ਤੋਂ ਇੱਕ ਜੀਵਾ ਨੂੰ ਸਮਦੁਭਾਜਿਤ ਕਰਨ ਲਈ ਖਿੱਚੀ ਗਈ ਰੇਖਾ ਜੀਵਾ ਉੱਤੇ ਡੈਸ਼ ਹੁੰਦੀ ਹੈ। ਬਿਲਕੁਲ ਠੀਕ ਆਨਸਰ ਹੈ, ਲੰਬ ਹੁੰਦੀ ਹੈ। ਉਸੇ ਤਰ੍ਹਾਂ ਬੇਟਾ ਦੋ ਰਿਜ਼ਲਟ ਤਿੰਨ ਹੋਰ ਨੇ ਕਿ ਤਿੰਨ ਦਿੱਤੇ ਹੋਏ ਡੈਸ਼ ਬਿੰਦੂਆਂ ਵਿੱਚੋਂ ਹੋ ਕੇ ਜਾਣ ਵਾਲਾ ਇੱਕ ਅਤੇ ਸਿਰਫ ਇੱਕ ਹੀ ਚੱਕਰ ਹੈ। ਕਿਹੜੇ ਬਿੰਦੂ ਸੀ? ਉਹਨਾਂ ਦੀ ਕੀ ਖਾਸੀਅਤ ਸੀ? ਬਿੰਦੂਆਂ ਨੂੰ ਅਸੀਂ ਕਿਹਾ ਸੀ ਅਸਮਰੇਖੀ, ਨਾਨ ਕੋਲੀਨੀਅਰ ਪੁਆਇੰਟਸ। ਉਸ ਤੋਂ ਬਾਅਦ ਫਿਰ ਆਪਾਂ ਪੜਿਆ ਕਿ ਇੱਕ ਬਿੰਦੂ ਤੋਂ ਇੱਕ ਰੇਖਾ ਉੱਤੇ ਡੈਸ਼ ਦੀ ਲੰਬਾਈ ਰੇਖਾ ਦੀ ਬਿੰਦੂ ਤੋਂ ਦੂਰੀ ਹੁੰਦੀ ਹੈ ਲੰਬ ਦੀ ਲੰਬਾਈ। ਉਸ ਤੋਂ ਬਾਅਦ ਫਿਰ ਆਪਾਂ ਪੜਿਆ ਹੁਣੇ ਲਾਸਟ ਦੋ, ਇੱਕ ਚੱਕਰ ਦੀਆਂ ਬਰਾਬਰ ਜੀਵਾਵਾਂ ਕੇਂਦਰ ਤੋਂ ਡੈਸ਼ ਦੂਰੀ ਤੇ ਹੁੰਦੀਆਂ ਹਨ। ਇਹ ਹੁਣ ਮੈਨੂੰ ਤੁਸੀਂ ਦੱਸਣਾ ਹੈ, ਇੱਕ ਚੱਕਰ ਦੀਆਂ ਬਰਾਬਰ ਜੀਵਾਵਾਂ ਕੇਂਦਰ ਤੋਂ ਡੈਸ਼ ਦੂਰੀ ਤੇ ਹੁੰਦੀਆਂ ਹਨ। ਜੇ ਜੀਵਾਵਾਂ ਬਰਾਬਰ ਹੈ ਤਾਂ ਕੇਂਦਰ ਤੋਂ ਉਹਨਾਂ ਦੀ ਦੂਰੀ ਵੀ ਕੀ ਹੋਏਗੀ? ਬਰਾਬਰ। ਪਰ ਉਹ ਕਿਹੜੀ ਦੂਰੀ ਹੈ? ਲੰਬ ਦੂਰੀ। ਲੇਕਿਨ ਮੈਂ ਤੁਹਾਨੂੰ ਦੱਸਿਆ ਆਪਾਂ ਬਾਰ-ਬਾਰ ਹੁਣ ਲੰਬ ਸ਼ਬਦ ਨਹੀਂ ਲਿਖਾਂਗੇ, ਸਿੰਪਲੀ ਅਸੀਂ ਦੂਰੀ ਲਿਖਾਂਗੇ। ਜਦੋਂ ਹੀ ਦੂਰੀ ਆਇਆ ਤਾਂ ਤੁਸੀਂ ਆਪਣੇ ਆਪ ਸਮਝਣਾ ਹੈ ਕਿ ਕਾਹਦੀ ਗੱਲ ਕਰ ਰਿਹਾ ਹੈ? ਲੰਬ ਦੂਰੀ ਦੀ। ਨੈਕਸਟ ਹੈ ਬੇਟਾ, ਇੱਕ ਚੱਕਰ ਕੇਂਦਰ ਤੋਂ ਸਮਾਨ ਦੂਰੀ ਤੇ ਇੱਕ ਚੱਕਰ ਦੇ ਕੇਂਦਰ ਤੋਂ, ਇੱਥੇ ਦੇ ਆਏਗਾ ਬੇਟਾ, ਇੱਕ ਚੱਕਰ ਦੇ ਕੇਂਦਰ ਤੋਂ ਸਮਾਨ ਦੂਰੀ ਤੇ ਸਥਿਤ ਜੀਵਾਵਾਂ ਲੰਬਾਈ ਵਿੱਚ ਡੈਸ਼ ਹੁੰਦੀਆਂ ਹਨ। ਕੀ ਹੁੰਦੀਆਂ ਹਨ? ਬਰਾਬਰ ਹੁੰਦੀਆਂ ਹਨ। ਤਾਂ ਇਹ ਬੇਟਾ ਹੁਣ ਤੱਕ ਦੀ ਜੇ ਤੁਹਾਨੂੰ ਇਹ ਸਾਰੇ ਰਿਜ਼ਲਟ ਸਮਝ ਆ ਗਏ ਹੈ ਤੇ ਇਹ ਫੇਰ ਮੈਂ ਤੁਹਾਨੂੰ ਇਹ ਦੱਸ ਦਿੰਨੀ ਹਾਂ ਬੇਟਾ, ਇਸ ਚੈਪਟਰ ਚੋਂ ਕੋਈ ਕੁਐਸਚਨ ਹੈ ਜਾਂ ਨਹੀਂ ਜਿਹੜਾ ਤੁਸੀਂ ਨਹੀਂ ਕਰ ਸਕਦੇ। ਰਿਜ਼ਲਟ ਆਣੇ ਬੜੇ ਜ਼ਰੂਰੀ ਹੁੰਦੇ ਆ। ਆਪਾਂ ਹੁਣ ਬੇਟੇ ਕੁਝ ਕੁਐਸਚਨ ਲਵਾਂਗੇ। ਮੈਂ ਸਾਰੇ ਕੁਐਸਚਨ ਤਾਂ ਨਹੀਂ ਲੈ ਰਹੀ, ਥੋੜੇ ਜਿਹੜੇ ਪੇਪਰ ਦੇ ਵਿੱਚ ਆਉਣ ਵਾਲੇ ਆ ਤਾਂ ਦੇਖੋ ਬੇਟਾ ਕੋਈ ਵੀ ਕੁਐਸਚਨ ਸਕਦਾ, ਲੇਕਿਨ ਥੋੜੇ ਜੋ ਰੂਟੀਨ 'ਚ ਆਪਾਂ ਨੂੰ ਲੱਗਦੇ ਆ ਕਿ ਵੀ ਇੰਪੋਰਟੈਂਟ ਹੈ ਔਰ ਸਾਰੇ ਬੱਚੇ ਕਰ ਵੀ ਲੈਂਦੇ ਹਨ। ਇਹਦੇ ਵਿੱਚੋਂ ਪਹਿਲਾ ਪ੍ਰਸ਼ਨ ਮੈਂ ਲਿਆ ਹੈ 5 ਸੈਂਟੀਮੀਟਰ ਅਤੇ 3 ਸੈਂਟੀਮੀਟਰ ਅਰਧ ਵਿਆਸ ਵਾਲੇ। ਦੇਖੋ ਤੁਸੀਂ, ਮੈਂ ਤੁਹਾਨੂੰ ਹਮੇਸ਼ਾ ਦੱਸਦੀ ਹੁੰਨੀ ਹੈ ਕਿ ਜਦੋਂ ਕੁਐਸਚਨ ਤੋਂ ਅਸੀਂ ਪੜ੍ਹਦੇ ਹੋ ਹੈਬਿਟ ਬਣਾਓ ਕਿ ਤੁਸੀਂ ਉਸ ਚੋਂ ਇੰਪੋਰਟੈਂਟ ਚੀਜ਼ਾਂ ਨੂੰ ਅੰਡਰਲਾਈਨ ਕਰੋ।
5 ਸੈਂਟੀਮੀਟਰ ਅਤੇ 3 ਸੈਂਟੀਮੀਟਰ ਅਰਧ ਵਿਆਸ ਵਾਲੇ ਦੋ ਚੱਕਰ ਦੋ ਬਿੰਦੂਆਂ ਤੇ ਕੱਟਦੇ ਹਨ। ਹੁਣ ਦੇਖੋ ਦੋ ਬਿੰਦੂਆਂ ਤੇ ਕੱਟਦੇ ਹਨ, ਉਹਨਾਂ ਦੇ ਅਤੇ ਉਹਨਾਂ ਦੇ ਕੇਂਦਰਾਂ ਵਿੱਚ ਦੀ ਦੂਰੀ ਕਿੰਨੀ ਹੈ? 4 ਸੈਂਟੀਮੀਟਰ ਹੈ। ਸਾਂਝੀ ਜੀਵਾ ਦੀ ਲੰਬਾਈ ਪਤਾ ਕਰੋ। ਤਾਂ ਹੁਣ ਬੇਟੇ ਆਪਾਂ ਸਭ ਤੋਂ ਪਹਿਲਾਂ ਜਿਓਮੈਟਰੀ ਵਾਲੇ ਕੁਐਸਚਨਸ ਲਈ ਇਟ ਇਜ਼ ਵੈਰੀ ਇੰਪੋਰਟੈਂਟ ਕਿ ਤੁਸੀਂ ਡਾਇਗਰਾਮ ਬਣਾਉਣਾ ਹੀ ਬਣਾਉਣਾ ਹੈ। ਡਾਇਗਰਾਮ ਤੋਂ ਬਗੈਰ ਬੇਟੇ ਨਾ ਤਾਂ ਤੁਹਾਨੂੰ ਮਾਰਕਸ ਹੀ ਪੂਰੇ ਮਿਲਦੇ ਆ, ਪਹਿਲੀ ਗੱਲ ਤੁਹਾਨੂੰ ਕੁਐਸਚਨ ਦੀ ਅੰਡਰਸਟੈਂਡਿੰਗ ਹੀ ਨਹੀਂ ਹੁੰਦੀ ਤੁਸੀਂ ਕਰਨਾ ਕੀ ਹੈ। ਔਰ ਜਦੋਂ ਬੇਟੇ ਸਟੈਪ ਮਾਰਕਿੰਗ ਹੁੰਦੀ ਹੈ ਪੇਪਰਾਂ ਦੇ ਵਿੱਚ, ਤਾਂ ਜੇ ਤੁਸੀਂ ਕੁਐਸਚਨ ਨਹੀਂ ਵੀ ਕੀਤਾ, ਸਿਰਫ ਤੁਸੀਂ ਡਾਇਗਰਾਮ ਹੀ ਬਣਾਤਾ, ਤੁਹਾਨੂੰ ਉਹਦੇ ਵੀ ਮਾਰਕਸ ਮਿਲਨੇ। ਇਸ ਕਰਕੇ ਡਾਇਗਰਾਮ ਜ਼ਰੂਰ ਬਣਾਉਣਾ ਹੈ। ਤਾਂ ਆਪਾਂ ਸਭ ਤੋਂ ਪਹਿਲਾਂ ਬੇਟੇ ਇੱਕ ਚੱਕਰ ਖਿੱਚਿਆ 5 ਸੈਂਟੀਮੀਟਰ ਵਾਲਾ ਬੇਟੇ, ਉਸ ਤੋਂ ਬਾਅਦ ਆਪਾਂ ਚੱਕਰ ਖਿੱਚਣਾ 3 ਸੈਂਟੀਮੀਟਰ। ਹੁਣ ਤੁਹਾਡੇ ਦਿਮਾਗ 'ਚ ਉੱਥੇ ਆਪਾਂ ਨੂੰ ਕੋਈ ਇਸ ਤਰ੍ਹਾਂ ਦੀ ਕੰਪਲਸ਼ਨ ਨਹੀਂ। ਅੱਛਾ ਹੈ ਕਿ ਤੁਸੀਂ ਪ੍ਰਕਾਰ ਨਾਲ ਬਣਾਓ, ਯੂਜ਼ ਕਰੋ ਲੇਕਿਨ ਮੈਜ਼ਰਮੈਂਟ ਲੈ ਕੇ ਐਗਜ਼ੈਕਟਲੀ ਬਣਾਉਣ ਦੀ ਲੋੜ ਨਹੀਂ ਹੁੰਦੀ ਇਹੋ ਜਿਹੇ ਕੁਐਸਚਨਸ ਦੇ ਵਿੱਚ, ਕਿਉਂਕਿ ਉੱਥੇ ਉਹਨੇ ਆਪਾਂ ਨੂੰ ਕੁਐਸਚਨ ਦੇ ਮਾਰਕਸ ਦੇਣੇ। ਇਸ 'ਚ ਕੰਸਟਰਕਸ਼ਨ ਦਾ ਐਸ ਸੱਚ ਕੋਈ ਉਹਦੀ ਐਕੂਰੇਸੀ ਦਾ ਮਾਰਕ ਨਹੀਂ ਹੈ। ਸਿਰਫ ਇਹ ਜ਼ਰੂਰੀ ਹੈ ਕਿ ਆਪਾਂ ਨੂੰ ਇੰਨਾ ਧਿਆਨ ਹੋਣਾ ਚਾਹੀਦਾ ਹੈ ਕਿ ਇੱਕ 5 ਸੈਂਟੀਮੀਟਰ ਵਾਲਾ ਤਾਂ ਥੋੜਾ ਜਿਹਾ ਬੜਾ ਹੋਏਗਾ, ਦੂਸਰੇ ਦਾ ਬੇਟੇ ਕਿੰਨਾ 3 ਸੈਂਟੀਮੀਟਰ ਉਹ ਛੋਟਾ ਹੋਏਗਾ, ਤੇ ਉਹਨਾਂ ਦੇ ਕੇਂਦਰਾਂ ਦੇ ਵਿਚਕਾਰਲੀ ਦੂਰੀ ਕਿੰਨੀ ਹੈ? 4 ਸੈਂਟੀਮੀਟਰ। ਦੇਖੋ ਟੋਟਲ ਇਹ ਤੁਹਾਡੇ ਕੋਲ 5 ਸੈਂਟੀਮੀਟਰ ਹੈ, 4 ਸੈਂਟੀਮੀਟਰ ਦੂਰੀ, ਇੰਨਾ ਤਾਂ ਆਪਾਂ ਨੂੰ ਆਈਡੀਆ ਲੱਗ ਹੀ ਜਾਂਦਾ ਨਾ ਕਿ ਇੱਥੇ ਜੇ ਜਾ ਕੇ ਉਹਦਾ ਜਿਹੜਾ ਹੈ ਕੇਂਦਰ ਉਹਦਾ ਹੋਣਾ ਚਾਹੀਦਾ ਹੈ। ਥੋੜਾ ਜਿਹਾ ਉਹਨੂੰ ਬੇਟੇ ਆਪਾਂ ਨੇ ਜਿਹਨੂੰ ਕਹਿੰਦੇ ਅਸੀਂ ਇਮੈਜੀਨੇਸ਼ਨ, ਆਪਣੀ ਕਲਪਨਾ ਸ਼ਕਤੀ, ਤੇ ਆਪਾਂ ਜੋ ਥੋੜਾ ਜਿਹਾ ਉਹਨੂੰ ਕੈਲਕੂਲੇਸ਼ਨਸ ਨੂੰ ਦੇਖ ਕੇ ਆਪਾਂ ਡਾਇਗਰਾਮ ਦੀ ਸਿਮੈਟਰੀ ਹੈ ਜਿਹੜੀ ਉਹ ਬਣਾਉਣੀ ਬੜੀ ਜ਼ਰੂਰੀ ਹੈ। ਉਸ ਤੋਂ ਬਾਅਦ ਬੇਟੇ ਨੈਕਸਟ ਕੀ ਆਪਾਂ ਕਿਹਾ ਕਿ ਇਹਦੇ ਵਿੱਚ ਫੇਰ ਕੀ ਹੈ, ਇਹਦੇ ਵਿਚਕਾਰ ਸਾਂਝੀ ਜੀਵਾ ਕਿਵੇਂ ਬਣੂਗੀ? ਜਿੱਥੇ ਦੋ ਬਿੰਦੂ ਜਿੱਥੇ ਚੱਕਰ ਦੋਵੇਂ ਜਿਹੜੇ ਬਿੰਦੂਆਂ ਤੋਂ ਕੱਟਦੇ ਹਨ, ਜਦੋਂ ਅਸੀਂ ਉਹਨਾਂ ਨੂੰ ਮਿਲਾ ਦਾਂਗੇ, ਉਹ ਜਿਹੜੀ ਦੇਖੋ ਬੇਟਾ AB ਵੱਡੇ ਚੱਕਰ ਦੀ ਵੀ ਜੀਵਾ ਹੈ, AB ਛੋਟੇ ਚੱਕਰ ਦੀ ਵੀ ਜੀਵਾ ਹੁੰਦੀ ਹੈ। ਤੇ ਹੁਣ ਬੇਟੇ ਅੱਗੇ ਇਹ ਬੇਟਾ ਰਿਜ਼ਲਟ ਆਪਾਂ ਲਾਸਟ ਜਾਂ ਮੇਰੇ ਖਿਆਲ ਫਸਟ ਚੈਪਟਰ ਦੇ ਫਸਟ ਲੈਕਚਰ 'ਚ ਆਪਾਂ ਕੀਤਾ ਸੀ। ਜੇਕਰ ਦੋ ਚੱਕਰ ਆਪਸ ਵਿੱਚ ਦੋ ਬਿੰਦੂਆਂ ਤੇ ਕੱਟਦੇ ਹੋਣ ਤਾਂ ਉਹਨਾਂ ਦੇ ਕੇਂਦਰ ਸਾਂਝੀ ਜੀਵਾ ਦੇ ਲੰਬ ਸਮਦਭਾਜਕ ਉੱਤੇ ਸਥਿਤ ਹੁੰਦੇ ਹਨ। ਤੁਸੀਂ ਇਸ ਰਿਜ਼ਲਟ ਨੂੰ ਡਾਇਰੈਕਟਲੀ ਯੂਜ਼ ਕਰ ਸਕਦੇ ਹੋ, ਕਿਉਂਕਿ ਜੇ ਆਪਾਂ ਪਹਿਲਾਂ ਇਹਨੂੰ ਪ੍ਰੂਵ ਕਰਾਂਗੇ ਤਾਂ ਬਹੁਤ ਲੰਬਾ ਕੁਐਸਚਨ ਹੋ ਜਾਂਦਾ ਹੈ। ਤੁਸੀਂ ਇਸ ਨੂੰ ਡਾਇਰੈਕਟ ਵੀ ਯੂਜ਼ ਕਰਕੇ, ਪਰ ਇਹ ਲਿਖਿਆ ਹੋਊਗਾ ਤਾਂ ਹੀ ਮਾਰਕਸ ਮਿਲਣਗੇ। ਕਿ ਇਹਦਾ ਮਤਲਬ ਐਗਜ਼ਾਮੀਨਰ ਨੂੰ ਪਤਾ ਹੈ ਕਿ ਤੁਹਾਨੂੰ ਜੋ ਪੇਪਰ ਚੈੱਕ ਕਰ ਰਹੇ ਕਿ ਉਹਨਾਂ ਨੂੰ ਤੁਹਾਨੂੰ ਇਸ ਰਿਜ਼ਲਟ ਦਾ ਪਤਾ ਹੈ ਤੇ ਤੁਸੀਂ ਇਸ ਨੂੰ ਯੂਜ਼ ਕਰ ਰਹੇ ਹੋ। ਦੇਖੋ ਕੀ ਹੈ, ਜੇਕਰ ਦੋ ਚੱਕਰ ਆਪਸ ਵਿੱਚ ਦੋ ਬਿੰਦੂਆਂ ਤੇ ਕੱਟਦੇ ਹੋਣ, ਦੇਖੋ ਦੋ ਬਿੰਦੂਆਂ ਤੇ ਕੱਟਦੇ ਹੋਣ ਤਾਂ ਉਹਨਾਂ ਦੇ ਕੇਂਦਰ, ਯਾਨੀ ਦੋਨਾਂ ਚੱਕਰਾਂ ਦੇ ਜਿਹੜੇ ਕੇਂਦਰ ਹੈ ਉਹ ਸਾਂਝੀ ਜੀਵਾ ਕਿਹੜੀ AB, ਇਹਦੇ ਲੰਬ ਸਮਦਭਾਜਕ ਉੱਤੇ ਸਥਿਤ ਹੁੰਦੇ ਹਨ। ਹੁਣ ਲੰਬ ਸਮਦਭਾਜਕ ਦਾ ਮਤਲਬ ਸਮਝ ਗਏ, ਇੱਕ ਤਾਂ ਲੰਬ 90 ਡਿਗਰੀ, ਠੀਕ ਹੈ ਜੀ। ਸੈਕਿੰਡ ਕੀ ਹੈ ਕਿ ਉਹ ਇਹਨਾਂ ਨੂੰ ਸਮਦਭਾਜਿਤ ਵੀ ਕਰਦਾ ਹੈ, ਦੋ ਬਰਾਬਰ ਹਿੱਸਿਆਂ ਦੇ ਵਿੱਚ ਵੀ ਵੰਡਦਾ ਹੈ। ਦੇਖੋ ਬੇਟੇ ਅੱਗੇ ਆਪਾਂ ਇਸ ਕੁਐਸਚਨ ਨੂੰ ਕਿਵੇਂ ਕਰਾਂਗੇ। ਅਸੀਂ ਬੇਟੇ ਕੀ ਕੀਤਾ, OA ਨੂੰ ਮਿਲਾ ਲਿਆ, ਠੀਕ ਹੈ ਬੇਟੇ। ਹੁਣ ਦੇਖੋ OO ਡੈਸ਼ ਇਹ ਕਿੰਨਾ ਬੇਟਾ 4 ਸੈਂਟੀਮੀਟਰ। ਕਿਵੇਂ ਕਿ ਆਪਾਂ ਨੂੰ ਪਤਾ ਲੱਗਿਆ ਉਹਨਾਂ ਦੇ ਕੇਂਦਰਾਂ ਦੇ ਵਿਚਲੀ ਦੂਰੀ 4 ਸੈਂਟੀਮੀਟਰ ਹੈ ਬੇਟੇ। O ਤੋਂ ਲੈ ਕੇ O ਡੈਸ਼ ਕਿੰਨਾ ਹੈ? 4 ਸੈਂਟੀਮੀਟਰ। OA ਕਿੰਨਾ ਹੈ? ਵੱਡੇ ਚੱਕਰ ਦਾ ਅਰਧ ਵਿਆਸ ਬੇਟਾ ਕਿੰਨਾ ਹੈ? 5 ਸੈਂਟੀਮੀਟਰ। ਤਾਂ ਹੁਣ ਅਸੀਂ ਕੀ ਕਰਨਾ ਹੈ, ਸਮਕੋਣ ਤ੍ਰਿਭੁਜ ਅਸੀਂ ਕਿਉਂ ਲਿਆ? ਇੱਥੇ ਹੁਣ ਇਹ ਕੁਐਸਚਨ ਹੈ ਕਿ ਸਮਕੋਣ ਤ੍ਰਿਭੁਜ ਅਸੀਂ ਕਿਉਂ ਲਿਆ, ਕਿਉਂਕਿ ਅਸੀਂ ਇੱਥੇ ਆ ਰਿਜ਼ਲਟ ਯੂਜ਼ ਕੀਤਾ ਹੈ। ਜਦੋਂ ਅਸੀਂ ਆ ਰਿਜ਼ਲਟ ਯੂਜ਼ ਕੀਤਾ, ਇਸ ਰਿਜ਼ਲਟ ਨੇ ਸਾਨੂੰ ਦੱਸ ਦਿੱਤਾ ਕਿ ਜਿਹੜੀ ਸਾਂਝੀ ਜੀਵਾ ਹੈ, ਜੋ ਸਾਂਝੀ ਜੀਵਾ ਦੇ ਲੰਬ ਸਮਦਭਾਜਕਾਂ ਦੇ ਉੱਤੇ ਕੇਂਦਰ ਹੈ ਜਿਹੜੇ ਸਥਿਤ ਹੁੰਦੇ ਹਨ। ਜੇ ਲੰਬ ਸਮਦਭਾਜਕ ਤੇ ਆ ਕੇਂਦਰ ਸਥਿਤ ਹੈ ਤਾਂ ਇਹ ਰੇਖਾ ਇਹਦਾ ਮਤਲਬ ਇਹਦੇ ਤੇ ਕੀ ਹੈ? 90 ਡਿਗਰੀ। ਇਸ ਕਰਕੇ ਆਪਾਂ ਇਸ ਤ੍ਰਿਭੁਜ ਨੂੰ ਸਮਕੋਣ ਤ੍ਰਿਭੁਜ ਲਿਆ ਹੈ, OO ਡੈਸ਼ ਅਤੇ A। ਸਮਝ ਆ ਗਿਆ ਬੇਟਾ। ਹੁਣ ਇਹਦੇ ਵਿੱਚ ਬੇਟੇ ਅਸੀਂ ਤੁਹਾਨੂੰ ਪਤਾ ਹੀ ਹੈ ਸਮਕੋਣ ਜਿਹੜੇ ਤ੍ਰਿਭੁਜ ਉਹਦੇ ਚ ਆਪਾਂ ਕਿਹੜਾ ਰਿਜ਼ਲਟ ਯੂਜ਼ ਕਰਨੇ ਹੁੰਦਾ, ਤੁਹਾਨੂੰ ਅੱਛੀ ਤਰ੍ਹਾਂ ਯਾਦ ਹੈ ਪਾਈਥਾਗੋਰਸ ਥਿਊਰਮ ਦਾ ਅਸੀਂ ਇਹਦੇ ਵਿੱਚ ਪ੍ਰਿੰਸੀਪਲ ਯੂਜ਼ ਕਰਦੇ ਹਾਂ। ਤੇ ਪਾਈਥਾਗੋਰਸ ਥਿਊਰਮ ਕੀ ਕਹਿੰਦੀ ਹੈ ਕਿ ਕਰਨ ਦਾ ਸਕੁਅਰ ਬਰਾਬਰ ਹੈ ਆਧਾਰ ਦਾ ਸਕੁਅਰ ਪਲੱਸ ਲੰਬ ਦਾ ਸਕੁਅਰ। ਠੀਕ ਹੈ ਬੱਚਿਓ। ਤੇ ਹੁਣ ਤੁਹਾਨੂੰ ਇਹ ਵੀ ਪਤਾ ਹੁੰਦਾ ਹੈ ਕਿ ਜਦੋਂ ਆਪਾਂ ਸਮਕੋਣ ਤ੍ਰਿਭੁਜ ਲੈਣੇ ਆ ਤਾਂ ਜਿਹੜਾ 90 ਡਿਗਰੀ ਦੇ ਬਿਲਕੁਲ ਸਾਹਮਣੇ ਵਾਲੀ ਭੁਜਾ ਹੁੰਦੀ ਹੈ ਸਨਮੁਖ ਭੁਜਾ, ਉਹਨੂੰ ਅਸੀਂ ਹਮੇਸ਼ਾ ਕੀ ਲੈਂਦੇ ਹਾਂ? ਕਰਨ ਲੈਂਦੇ ਹਾਂ। ਤੇ ਹੁਣ ਜੇ ਬੇਟਾ ਆ 90 ਡਿਗਰੀ ਹੈ ਤਾਂ ਤੁਹਾਡੇ ਕੋਲ ਕਰਨ ਕਿਹੜਾ ਬਣ ਗਿਆ? OA। ਤਾਂ OA ਦਾ ਸਕੁਅਰ ਬਰਾਬਰ ਹੈ ਤੇ OO ਆਧਾਰ ਕਿਹੜਾ ਹੈ ਬੇਟੇ? OO ਡੈਸ਼, ਤੇ ਲੰਬ ਕਿਹੜਾ ਹੈ? O ਡੈਸ਼।
ਵੈਸੇ ਤਾਂ ਆਧਾਰ ਤੇ ਲੰਬ 90 ਡਿਗਰੀ ਦੇ ਨੂੰ ਬਣਾਉਣ ਵਾਲੀਆਂ ਜਿਹੜੀਆਂ ਦੋਨੋਂ ਤੁਹਾਡੀਆਂ ਤ੍ਰਿਭੁਜ ਦੀਆਂ ਭੁਜਾਵਾਂ ਨੂੰ ਆਪਾਂ ਕਿਸੇ ਨੂੰ ਵੀ ਲੰਬ ਦੇ ਆਧਾਰ ਲੈ ਸਕਦੇ ਹਾਂ। ਤੇ ਇੱਥੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਲੈ ਲਿਆ ਹੈ ਬੇਟੇ। ਤੇ ਇਹਦੇ 'ਚ ਆਪਾਂ ਵੈਲਿਊਜ਼ ਪੁੱਟ ਕਰਾਂਗੇ। OA ਦੀ ਵੈਲਿਊ ਬੇਟਾ ਕਿੰਨੀ ਹੈ 5 ਦਾ ਸਕੁਅਰ, OO ਡੈਸ਼ ਕਿੰਨਾ ਹੈ 4 ਦਾ ਸਕੁਅਰ, ਤੇ ਅਸੀਂ ਕਿਹਦੀ ਵੈਲਿਊ ਫਾਈਂਡ ਆਊਟ ਕਰਨੀ ਹੈ O ਡੈਸ਼ A ਦੇ ਸਕੁਅਰ ਦੀ। ਬਹੁਤ ਹੀ ਆਸਾਨ ਹੈ। ਕਈ ਬੱਚੇ ਤਾਂ ਬਿਲਕੁਲ ਦੇਖ ਕੇ ਸਮਝ ਆਉਂਦੇ ਆ ਵੀ 5 ਹੈ ਆਧਾਰ ਕਰਨ ਹੈ, 4 ਆਧਾਰ ਹੈ ਤਾਂ ਲੰਬ ਆਪਾਂ ਨੂੰ ਪਤਾ ਹੈ ਕਿਹੜਾ ਪਾਈਥਾਗੋਰੀਅਨ ਤ੍ਰਿਕੁਟ ਬਣਦਾ 3 4 5 ਵਾਲਾ। ਪਰ ਆਪਾਂ ਇੱਥੇ ਸੋਲਵ ਕਰਦੇ ਹਾਂ ਬੇਟੇ। 25 ਬਰਾਬਰ ਹੈ 16 ਪਲੱਸ OA ਸਕੁਅਰ। ਤਾਂ OA ਸਕੁਅਰ ਬੇਟਾ ਕਿੰਨਾ ਆ ਗਿਆ ਤੁਹਾਡੇ ਕੋਲ 25 ਮਾਈਨਸ 16 9। ਤਾਂ OA ਬੇਟੇ ਕਿੰਨਾ ਆ ਗਿਆ 9 ਦਾ ਵਰਗਮੂਲ ਯਾਨੀ ਕਿ 3 ਸੈਂਟੀਮੀਟਰ। ਠੀਕ ਹੈ ਬੇਟੇ। ਹੁਣ ਇਹ ਤੁਹਾਡੇ ਕੋਲ OA ਡੈਸ਼ O ਡੈਸ਼ A, ਇੱਥੇ O ਡੈਸ਼ A ਲਿਖੋ ਬੇਟੇ, O ਡੈਸ਼ A। ਤਾਂ O ਡੈਸ਼ A ਦੀ ਵੈਲਿਊ ਤੁਹਾਡੇ ਕੋਲ ਕਿੰਨੀ ਆ ਗਈ 3 ਸੈਂਟੀਮੀਟਰ। ਤੇ ਹੁਣ ਆਪਾਂ ਨੂੰ ਇੱਥੇ ਆਪਾਂ ਹੁਣ ਇਹਦਾ ਕਿਹੜਾ ਰਿਜ਼ਲਟ ਯੂਜ਼ ਕਰ ਰਹੇ ਹਾਂ, ਆਪਾਂ ਨੂੰ ਇਹ ਵੀ ਪਤਾ ਹੈ ਕਿ ਜਦੋਂ ਜਿਹੜਾ ਜੀਵਾ ਦਾ ਲੰਬ ਸਮਦੁਭਾਜਕ ਦਾ ਮਤਲਬ ਇਹ ਜੀਵਾ ਨੂੰ ਕੀ ਕਰਦਾ ਦੋ ਬਰਾਬਰ ਹਿੱਸਿਆਂ 'ਚ ਵੰਡ ਰਿਹਾ। ਤੇ ਜੇ ਬੇਟੇ O ਡੈਸ਼ A ਸਾਡੇ ਕੋਲ 3 ਆਈ ਹੈ ਤਾਂ ਟੋਟਲ ਜੀਵਾ ਦੀ ਜਿਹੜੀ ਲੰਬਾਈ ਬੇਟਾ ਇਹਦੀ ਦੁੱਗਣੀ ਹੋ ਜਾਏਗੀ। ਕਿੰਨੀ ਹੋ ਜਾਏਗੀ 2 ਗੁਣਾ 3 ਯਾਨੀ ਕਿ 6 ਸੈਂਟੀਮੀਟਰ। ਇੱਥੇ ਵੀ ਬੇਟੇ ਆਪਾਂ ਨੂੰ ਜਿਹੜਾ ਰਿਜ਼ਲਟ ਅਸੀਂ ਲਿਖਾਂਗੇ ਕਿ ਜਿਹੜਾ ਜੀਵਾ ਨੂੰ ਲੰਬ ਸਮਦੁਭਾਜਕ ਜਿਹੜਾ ਹੈ ਸਮਦੁਭਾਜਿਤ ਕਰਦਾ ਹੈ, ਲੰਬ ਜੀਵਾ ਨੂੰ ਕੇਂਦਰ ਤੋਂ ਖਿੱਚਿਆ ਗਿਆ ਲੰਬ ਹੈ ਜਿਹੜਾ ਜੀਵਾ ਨੂੰ ਸਮਦੁਭਾਜਿਤ ਕਰਦਾ ਹੈ। ਉਸ ਤੋਂ ਬਾਅਦ ਬੇਟੇ ਆਪਾਂ ਇੱਕ ਹੋਰ ਰਿਜ਼ਲਟ ਪੜਨ ਜਾ ਰਹੇ ਹਾਂ। ਇੱਕ ਚਾਪ ਦੁਆਰਾ ਕੇਂਦਰ ਉੱਤੇ ਬਣਾਇਆ ਗਿਆ ਕੋਣ ਚੱਕਰ ਦੇ ਬਾਕੀ ਹਿੱਸੇ ਦੇ ਕਿਸੇ ਬਿੰਦੂ ਉੱਤੇ ਬਣਾਏ ਗਏ ਕੋਣ ਤੋਂ ਦੁੱਗਣਾ ਹੁੰਦਾ ਹੈ। ਹੁਣ ਆਪਾਂ ਨੂੰ ਦੇਖਣ 'ਚ ਲੱਗਦਾ ਬੜੀ ਕੀ ਕੁਐਸਚਨ ਹੈ, ਕੀ ਲਿਖਿਆ ਹੋਇਆ ਹੈ। ਦੇਖੋ ਇਹਨੂੰ ਬੜਾ ਸਿੰਪਲ ਜਿਹਾ ਬੇਟੇ ਕਿ ਅਸੀਂ ਸਭ ਤੋਂ ਪਹਿਲਾਂ ਇੱਕ ਕੀ ਲੈ ਲੈਂਦੇ ਹਾਂ ਬੇਟਾ ਚੱਕਰ ਲਿਆ। ਠੀਕ ਹੈ। ਚੱਕਰ ਦਾ ਕੇਂਦਰ ਕੀ ਹੈ O, ਤੇ ਇਹਦੇ ਉੱਤੇ ਇੱਕ ਅਸੀਂ AB ਅਸੀਂ ਕੀ ਲਿਆ ਬੇਟਾ AB ਇੱਕ ਤੁਸੀਂ ਚਾਪ ਕਹਿ ਸਕਦੇ ਹਾਂ ਅਸੀਂ AB। ਜੇ ਆਪਾਂ ਰੇਖਾਖੰਡ ਨੂੰ ਦੇਖਾਂਗੇ ਦੈਨ ਇਟ ਇਜ਼ ਅ ਜੀਵਾ। ਲੇਕਿਨ ਜਦੋਂ ਆਪਾਂ A ਤੋਂ B ਤੱਕ ਆਪਾਂ ਦੇਖ ਰਹੇ ਹਾਂ ਤਾਂ ਇਹ ਤੁਹਾਡੇ ਕੋਲ ਕੀ ਹੈ ਬੇਟਾ A ਤੋਂ B ਤੱਕ ਜਿਹੜਾ ਹੈ ਇਟ ਇਜ਼ ਕੀ ਬੋਲਦੇ ਹਾਂ ਅਸੀਂ ਇਹਨੂੰ R, ਇਟ ਇਜ਼ ਐਨ ਆਰਕ ਜਾਂ ਇਹਨੂੰ ਅਸੀਂ ਚਾਪ ਬੋਲਦੇ ਹਾਂ। ਤਾਂ ਚਾਪ AB ਜਾਂ ਜੀਵਾ AB ਵੱਲੋਂ ਕੇਂਦਰ ਤੇ ਬੇਟਾ ਕਿਹੜਾ ਕੋਣ ਬਣਿਆ ਹੈ AOB। ਦੇਖ ਰਹੇ ਹੋ ਤੁਸੀਂ ਗ੍ਰੀਨ ਕਲਰ ਨਾਲ ਸ਼ੋ ਹੋ ਰਿਹਾ ਹੈ AOB। ਤੇ ਹੁਣ ਅੱਗੇ ਉਹ ਕੀ ਕਹਿ ਰਿਹਾ ਚੱਕਰ ਦੇ ਬਾਕੀ ਹਿੱਸੇ ਤੇ ਕਿਸੇ ਬਿੰਦੂ। ਹੁਣ ਚੱਕਰ ਦਾ ਬਾਕੀ ਹਿੱਸਾ ਬੇਟੇ AB ਤੋਂ ਇਲਾਵਾ ਤੁਸੀਂ ਦੇਖ ਰਹੇ ਹੋ ਨਾ ਉੱਪਰ ਵਾਲਾ ਜਿਹੜਾ ਆਪਾਂ ਪੜਿਆ ਸੀ AB ਕਿਹੜੀ ਹੈ ਲਘੂ ਚਾਪ, ਬਾਕੀ ਹਿੱਸਾ ਕਿਹੜਾ ਦੀਰਘ ਚਾਪ। ਤੇ ਉਹਦੇ ਵਿੱਚ ਬੇਟੇ ਆਪਾਂ ਇੱਕ ਬਿੰਦੂ P ਤੁਸੀਂ ਆਲਰੇਡੀ ਇੱਥੇ ਦੇਖ ਰਹੇ ਹੋ P ਲੈ ਲਿਆ ਸੀ ਇੱਕ ਬਿੰਦੂ। ਤਾਂ ਹੁਣ ਇਸੇ ਚਾਪ ਦੁਆਰਾ ਬਿੰਦੂ P ਤੇ ਬੇਟੇ ਕਿਹੜਾ ਕੋਣ ਬਣ ਰਿਹਾ ਹੈ ਦੇਖੋ ਕੇਂਦਰ ਤੇ ਤਾਂ ਬਣ ਰਿਹਾ ਹੈ ਕੋਣ AOB, ਤੇ ਚਾਪ ਦੇ ਬਾਕੀ ਚੱਕਰ ਦੇ ਬਾਕੀ ਹਿੱਸੇ ਤੇ ਬਣਿਆ ਕੋਣ ਦਾ ਕੀ ਨਾਮ ਹੈ ਬੇਟੇ APB। ਹੁਣ ਅਸੀਂ ਦੇਖਦੇ ਹਾਂ ਕਿ ਇਹ ਆਪਾਂ ਨੂੰ ਇੱਥੇ ਤਾਂ ਆਪਾਂ ਨੂੰ ਰਿਜ਼ਲਟ 'ਚ ਲਿਖਿਆ ਵੀ ਜਿਹੜਾ ਇਹ ਵਾਲਾ ਕੋਣ ਹੈ ਜਿਹੜਾ ਕੇਂਦਰ ਤੇ ਬਣਿਆ ਤੇ ਜਿਹੜਾ ਉੱਪਰ ਰੈੱਡ ਵਾਲਾ ਕੋਣ ਤੁਸੀਂ ਇਹਦੇ ਐਗਜ਼ੈਕਟਲੀ ਇਹਦਾ ਦੁੱਗਣਾ ਹੁੰਦਾ ਹੈ। ਸਮਝ ਗਏ ਬੇਟੇ ਕਿ ਜੇ ਮੰਨ ਲਓ ਮੈਂ ਤੁਹਾਨੂੰ ਕਹਾਂ ਵੀ ਜੀ ਆਹ 30 ਡਿਗਰੀ ਦਾ ਤਾਂ ਇਹ 60 ਦਾ ਹੋਊ, ਆਹ ਰੈੱਡ ਵਾਲਾ 40 ਡਿਗਰੀ ਦਾ ਹੈ ਤਾਂ ਜਿਹੜਾ ਗ੍ਰੀਨ ਵਾਲਾ ਕੋਣ 80 ਡਿਗਰੀ ਦਾ ਹੋਏਗਾ। ਠੀਕ ਹੈ। ਤੇ ਹੁਣ ਮੈਂ ਤੁਹਾਨੂੰ ਪ੍ਰੂਫ ਤਾਂ ਨਹੀਂ ਕਰਾ ਰਹੀ, ਮੈਂ ਇੱਕ ਛੋਟਾ ਜਿਹਾ ਵੈਰੀਫਿਕੇਸ਼ਨ, ਵੈਸੇ ਤੁਸੀਂ ਐਕਟੀਵਿਟੀ ਵੀ ਜ਼ਰੂਰ ਕਰਾਈ ਹੋਣੀ ਹੈ ਟੀਚਰਸ ਨੇ ਬੇਟਾ ਤੁਹਾਨੂੰ ਕਲਾਸ 'ਚ। ਤੇ ਤੁਸੀਂ ਇੱਕ ਵਾਰ ਆਪਾਂ ਇੱਥੇ ਵੀ ਦੇਖਦੇ ਹਾਂ ਕੰਪਿਊਟਰ ਤੇ ਹੀ ਆਪਾਂ ਇਸ ਨੂੰ ਕਿ ਜਿਹੜਾ ਇਹ ਵਾਲਾ ਕੋਣ ਹੈ ਬੇਟੇ ਦੇਖੋ ਆਪਾਂ ਕਿਹੜਾ ਕੋਣ ਲਿਆ AOB। ਫਿਰ ਮੈਂ ਲੈ ਰਹੀ ਹਾਂ ਜਿਹੜਾ ਕੋਣ ਤੁਸੀਂ ਰੈੱਡ ਵਾਲਾ ਦੇਖੋ ਬੇਟੇ, ਦੇਖੋ ਤੁਸੀਂ ਧਿਆਨ ਨਾਲ, ਇਹ ਜਦੋਂ 2 ਵਾਰ ਅਸੀਂ ਕੋਣ ਲੈ ਕੇ ਗਏ ਰੈੱਡ ਵਾਲਾ ਉਹਦੇ ਤੇ ਤਾਂ ਉਸਨੇ ਉਹ ਜਿਹੜੇ ਕੋਣ ਦੇ ਸ਼ਿਖਰ ਨੂੰ ਐਗਜ਼ੈਕਟਲੀ ਜਿਹੜਾ ਹੈ ਉਹ ਢੱਕ ਲਿਆ, ਪਰ ਅਸੀਂ 2 ਵਾਰ ਲੈ ਕੇ ਗਏ ਆ। ਇਹਦਾ ਮਤਲਬ ਜਿਹੜਾ ਗ੍ਰੀਨ ਕੋਣ ਹੈ ਜੋ ਕੇਂਦਰ ਤੇ ਬਣ ਰਿਹਾ ਹੈ ਉਹ ਜੋ ਉੱਪਰ ਬਣ ਰਿਹਾ ਹੈ ਕੋਣ ਚੱਕਰ ਦੇ ਬਾਕੀ ਹਿੱਸੇ ਤੇ ਸਥਿਤ ਕਿਸੇ ਬਿੰਦੂ ਤੇ ਜੋ ਕੋਣ ਬਣ ਰਿਹਾ ਉਹਦੇ ਤੋਂ ਕੀ ਹੈ ਬੇਟੇ ਦੁੱਗਣਾ ਹੈ। ਤਾਂ ਇਹ ਰਿਜ਼ਲਟ ਵੀ ਬੇਟਾ ਬਹੁਤ ਯੂਜ਼ ਹੁੰਦਾ ਹੈ ਤੇ ਤੁਸੀਂ ਐਕਟੀਵਿਟੀ ਵੀ ਕਰਨੀ ਹੈ, ਇਹਦੀ ਥਿਊਰਮ ਵੀ ਤੁਸੀਂ ਕਲਾਸ ਦੇ ਵਿੱਚ ਕੀਤੀ ਹੋਣੀ ਹੈ। ਤੇ ਹੁਣ ਤੁਸੀਂ ਦੇਖੋ ਇਸੇ ਦਾ ਹੀ ਬੇਟਾ ਇੱਕ ਰਿਜ਼ਲਟ ਹੈ, ਦੇਖੋ ਧਿਆਨ ਦੇ ਨਾਲ ਕਿ ਜਿਵੇਂ ਮੰਨ ਲਓ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛ ਰਹੀ ਹਾਂ ਕਿ ਜਿਵੇਂ ਇਹ ਸਪੋਜ਼ ਚੱਕਰ ਇੱਥੇ ਆਪਾਂ ਇੱਕ ਆਰਕ ਲੈ ਲੈਂਦੇ ਹਾਂ AB। ਮੰਨ ਲਓ ਮੈਂ ਤੁਹਾਨੂੰ ਕਹਿੰਦੀ ਹਾਂ ਬੇਟੇ ਕਿ ਜਿਹੜਾ ਇਹ ਵਾਲਾ ਕੋਣ ਤੁਹਾਡਾ ਤੇ ਇਹ ਇੱਥੇ ਇੱਕ ਕੋਣ ਅਸੀਂ ਲੈ ਲੈਂਦੇ ਹਾਂ ਤੇ ਮੰਨ ਲਓ ਆਹ ਵਾਲਾ ਕੋਣ ਮੈਂ ਤੁਹਾਨੂੰ ਕਹਿ ਰਹੀ ਹਾਂ ਬੇਟੇ ਇਹ ਬਣ ਰਿਹਾ ਹੈ 55 ਡਿਗਰੀ ਦਾ। ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਇਹ ਵਾਲਾ ਕੋਣ ਕਿੰਨੇ ਡਿਗਰੀ ਦਾ ਹੋਏਗਾ?
ਅਸੀਂ ਇੱਕਦਮ 55 ਦਾ ਬੇਟੇ ਕੀ ਕਰ ਦਾਂਗੇ, ਡਬਲ ਕਰ ਦਾਂਗੇ 110 ਡਿਗਰੀ। ਠੀਕ ਹੈ, ਉਸੇ ਤਰ੍ਹਾਂ ਹੁਣ ਜੇ ਆਪਾਂ ਇਹ ਸੋਚਦੇ ਜਾਈਏ ਕਿ ਇਹ ਵਾਲਾ ਜਿਵੇਂ ਇਸ ਤਰ੍ਹਾਂ ਹੋਰ ਅੱਗੇ ਅੱਗੇ ਇਸ ਤਰ੍ਹਾਂ ਕਰਕੇ ਵੱਧਦਾ ਜਾ ਰਿਹਾ ਤੇ ਜੇ ਬਿਲਕੁਲ ਅਰਧ ਚੱਕਰ ਬਣ ਜਾਂਦਾ, ਜਦੋਂ ਇਹ ਅਰਧ ਚੱਕਰ ਸਮਝਦੇ ਹੋ, ਜਦੋਂ ਵਿਆਸ, ਤਾਂ ਇਹ ਵੀ ਤਾਂ ਅਰਧ ਚੱਕਰ ਉਹ ਵੀ ਤਾਂ ਬੇਟੇ ਇੱਕ ਤਰ੍ਹਾਂ ਦਾ ਆਰਕ ਹੈ ਨਾ। ਤਾਂ ਇੱਥੇ ਕਿੰਨੇ ਡਿਗਰੀ ਦਾ ਕੋਣ ਬਣਿਆ, ਫਿਰ ਉਹ 180 ਡਿਗਰੀ ਦਾ। ਜਦੋਂ 180 ਦਾ ਬਣਿਆ ਤਾਂ ਇਹਦਾ ਮਤਲਬ ਬਾਕੀ ਕੋਣ ਇਹ ਹਮੇਸ਼ਾ ਕਿੰਨੇ ਦਾ ਬਣੇਗਾ, 90 ਡਿਗਰੀ, ਉਹਦਾ ਅੱਧਾ ਬਣੇਗਾ। ਤਾਂ ਇਹ ਜਿਹੜਾ ਰਿਜ਼ਲਟ ਅਸੀਂ ਯੂਜ਼ ਕਰਦੇ ਹਾਂ, ਅਰਧ ਚੱਕਰ ਵਿੱਚ ਬਣਿਆ ਕੋਣ ਸਮ ਕੋਣ ਹੁੰਦਾ ਹੈ। ਕਾਫੀ ਜ਼ਿਆਦਾ ਰਿਜ਼ਲਟ ਬੇਟੇ ਯੂਜ਼ ਹੁੰਦਾ ਹੈ। ਹੁਣ ਤੁਸੀਂ ਦੇਖ ਪਾ ਰਹੇ ਹੋ AC is a diameter, then angle B is equal to 90 ਡਿਗਰੀ। ਠੀਕ ਹੈ, ਇੱਧਰ ਵੀ ਤੁਸੀਂ ਦੇਖ ਸਕਦੇ ਹੋ, ਕਿਤੇ ਵੀ ਜਾ ਕੇ, ਜ਼ਰੂਰੀ ਨਹੀਂ ਇਸ ਪੁਆਇੰਟ ਤੇ, ਤੁਸੀਂ ਕਿਸੇ ਵੀ ਪੁਆਇੰਟ ਤੇ ਤੁਸੀਂ ਲਾਓਗੇ ਅਰਧ ਚੱਕਰ ਦੇ ਵਿੱਚ ਤਾਂ ਹਮੇਸ਼ਾ ਕੋਣ ਬੇਟੇ ਕਿੰਨੇ ਦਾ ਬਣੇਗਾ, 90 ਡਿਗਰੀ, 90 ਡਿਗਰੀ। ਠੀਕ ਹੈ ਬੇਟੇ, ਇੱਥੇ ਤੁਸੀਂ ਕੋਈ ਪੁਆਇੰਟ ਲਿਆ, ਅਗੇਨ ਇਟ ਵਿਲ ਬੀ 90 ਡਿਗਰੀ, ਇਸ ਤਰ੍ਹਾਂ। ਉਸ ਤੋਂ ਬਾਅਦ ਬੇਟਾ ਆਪਾਂ ਇੱਕ ਹੋਰ ਰਿਜ਼ਲਟ ਪੜ੍ਹਦੇ ਹਾਂ। ਇੱਕ ਚਤੁਰਭੁਜ ਚੱਕਰੀ ਕਹਾਉਂਦਾ ਹੈ ਜੇਕਰ ਇਸ ਦੇ ਚਾਰੇ ਸ਼ਿਖਰ ਇੱਕ ਚੱਕਰ ਤੇ ਸਥਿਤ ਹੋਣ। ਬਹੁਤ ਤਰ੍ਹਾਂ ਦੇ ਤੁਸੀਂ ਚਤੁਰਭੁਜ ਪੜ੍ਹੇ 8ਵੀਂ ਕਲਾਸ 'ਚ। ਹੁਣ ਇੱਕ ਨਵਾਂ ਚਤੁਰਭੁਜ ਹੈ, ਉਹਦਾ ਨਾਮ ਕੀ ਹੈ, ਚੱਕਰੀ ਚਤੁਰਭੁਜ। ਉਹਦੀ ਮਤਲਬ ਉਹਦੀ ਪ੍ਰੋਪਰਟੀ ਕੀ ਹੈ ਕਿ ਇਹਦੇ ਜਿਹੜੇ ਚਾਰੋਂ ਸ਼ਿਖਰ ਹੈ ਉਹ ਚੱਕਰ ਦੇ ਉੱਪਰ ਸਥਿਤ ਹੋਣੇ ਚਾਹੀਦੇ ਹਨ। ਤੁਸੀਂ ਦੇਖ ਰਹੇ ਹੋ A B C D ਬਿਲਕੁਲ ਚੱਕਰ ਦੇ ਉੱਪਰ ਉਹਨਾਂ ਦੇ ਜਿਹੜੇ ਸ਼ਿਖਰ ਹੈ ਸਥਿਤ ਹਨ। ਅਗੇਨ ਇਹ ਵਾਲਾ ਵੀ ਹੋਸਤਾ, ਸੋ ਤੁਹਾਡੇ ਕੋਲ ਹੁਣ ਡਾਇਗਰਾਮ ਦਿਖ ਰਿਹਾ ਤੁਹਾਨੂੰ, ਇਹਦੇ 'ਚ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕਿਹੜੇ ਚਤੁਰਭੁਜ ਚੱਕਰੀ ਹਨ। ਪਹਿਲੇ ਦੇ ਵਿੱਚ ਦੇਖੋ ਬੇਟਾ, ਦੋ ਸ਼ਿਖਰ ਤਾਂ ਇਹਦੇ 'ਚ ਹੈਗੇ ਸਥਿਤ, ਲੇਕਿਨ ਬਾਕੀ ਦੋ ਜਿਹੜੇ ਸ਼ਿਖਰ ਹੈ ਉਹ ਚੱਕਰ ਦੇ ਉੱਪਰ ਸਥਿਤ ਨਹੀਂ ਹਨ, ਇਸ ਕਰਕੇ ਇਹ ਨਹੀਂ ਹੈ ਚੱਕਰੀ ਚਤੁਰਭੁਜ। B ਦੇ ਵਿੱਚ ਦੇਖੋ ਬੇਟਾ, B ਦੇ ਚਾਰੋਂ ਸ਼ਿਖਰ ਅਗੇਨ ਦੇ ਲਾਈ ਔਨ ਦਾ ਸਰਕਲ, ਸੋ ਇਟ ਇਜ਼ ਅ ਸਾਈਕਲਿਕ ਕੁਆਡਰੀਲੇਟਰਲ। ਉਸੇ ਤਰ੍ਹਾਂ ਬੇਟਾ C ਦੇ ਵਿੱਚ ਅਗੇਨ ਚੱਕਰੀ ਚਤੁਰਭੁਜ ਨੂੰ ਅਸੀਂ ਇੰਗਲਿਸ਼ ਕੀ ਬੋਲਦੇ ਹਾਂ, ਸਾਈਕਲਿਕ ਕੁਆਡਰੀਲੇਟਰਲ। ਠੀਕ ਹੈ, ਤਾਂ ਇਹਦਾ ਬੇਟਾ ਨੈਕਸਟ ਦੇ ਵਿੱਚ ਅਗੇਨ all the 4 vertices of the quadrilateral they lie on the circle, ਤਾਂ ਇਹ ਵੀ ਤੁਹਾਡੇ ਕੋਲ it is again a cyclic quadrilateral। ਐਕਟੀਵਿਟੀ ਬੇਟਾ ਹੁਣ ਮੈਂ ਤੁਹਾਨੂੰ ਨਹੀਂ ਕਰਾ ਰਹੀ ਕਿਉਂਕਿ ਟਾਈਮ ਦੀ ਥੋੜਾ ਸ਼ਾਰਟੇਜ ਹੈ, ਤੁਹਾਨੂੰ ਮੈਮ ਤੁਹਾਡੇ ਕਰਾ ਦੇਣਗੇ ਟੀਚਰਸ। ਨੈਕਸਟ ਹੈ ਬੇਟਾ, ਇੱਕ ਕੁਐਸਚਨ ਆਪਾਂ ਹੋਰ ਟਰਾਈ ਕਰਦੇ ਹਾਂ ਜੇ ਹੋ ਜਾਏ। ਚਿੱਤਰ ਵਿੱਚ ABCD ਇੱਕ ਚੱਕਰੀ ਚਤੁਰਭੁਜ ਹੈ। ਦੇਖੋ AB ਚਿੱਤਰ ਦਿੱਤਾ ਹੋਇਆ ਤੁਹਾਨੂੰ, ABCD ਚੱਕਰੀ ਚਤੁਰਭੁਜ ਵੀ ਉਹਨੇ ਦੱਸਤਾ, AC ਅਤੇ BD ਵਿਕਰਨ ਹਨ। ਇੱਕ ਗੱਲ ਬੇਟੇ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਇੱਥੇ ਇੱਕ ਦੱਸਣਾ ਚਾਹੁੰਦੀ ਸੀ ਕਿ ਚੱਕਰੀ ਚਤੁਰਭੁਜ ਦੇ ਸਨਮੁਖ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਇਹ ਬੇਟਾ ਇੱਕ ਰਿਜ਼ਲਟ ਹੈ ਬੜਾ ਇੰਪੋਰਟੈਂਟ। ਪਹਿਲਾਂ ਤਾਂ ਅਸੀਂ ਪਹਿਚਾਨ ਕੀਤੀ ਨਾ ਕਿ ਚੱਕਰੀ ਚਤੁਰਭੁਜ ਕੀ ਹੁੰਦੇ ਹੈ। ਚੱਕਰੀ ਚਤੁਰਭੁਜ ਬੇਟਾ ਕੀ ਹੁੰਦਾ ਹੈ, ਜਿਹਦੇ ਸਾਰੇ ਜਿਹੜੇ ਸ਼ਿਖਰ ਹੈ ਉਹ ਬੇਟੇ ਕਾਹਦੇ ਤੇ ਸਥਿਤ ਹੋਣ, ਚੱਕਰ ਦੇ ਉੱਪਰ ਸਥਿਤ ਹੋਣ। ਠੀਕ ਹੈ, ਤੇ ਇਹਦੇ ਨਾਲ ਨਾਲ ਪਹਿਲਾਂ ਤਾਂ ਇਹ ਜਦੋਂ ਹੀ ਚੱਕਰੀ ਚਤੁਰਭੁਜ ਆਪਾਂ ਵੈਰੀਫਾਈ ਕਰ ਲਿਆ ਕਿ ਹੈ, ਤੇ ਇਹਦੀ ਨੈਕਸਟ ਪ੍ਰੋਪਰਟੀ ਕੀ ਹੁੰਦੀ ਹੈ ਕਿ ਇਹਦੇ ਜਿਹੜੇ ਸਨਮੁਖ ਕੋਣਾਂ ਦਾ ਬੇਟਾ ਜੋੜ ਹੈ ਉਹ ਕਿੰਨਾ ਹੁੰਦਾ, 180 ਡਿਗਰੀ। ਯਾਨੀ ਕਿ ਜੇ ਆਹ ਵਾਲਾ ਐਂਗਲ ਤੁਹਾਡੇ ਕੋਲ ਮੰਨ ਲਓ 85 ਡਿਗਰੀ ਹੈ ਤਾਂ ਦਿਸ ਐਂਗਲ ਵਿਲ ਬੀ 95 ਡਿਗਰੀ। ਇਜ਼ ਇਟ ਕਲੀਅਰ? ਉਸੇ ਤਰ੍ਹਾਂ ਬੇਟੇ ਆਹ ਕੋਣ ਮੰਨ ਲਓ ਜੇ ਤੁਹਾਡਾ 100 ਡਿਗਰੀ ਦਾ ਤੇ ਇਹ ਕੋਣ ਤੁਹਾਡਾ ਕਿੰਨੇ ਦਾ ਹੋਏਗਾ, 80 ਡਿਗਰੀ। ਸਨਮੁਖ ਕੋਣਾਂ ਦਾ ਜੋੜ ਬੇਟੇ ਹਮੇਸ਼ਾ ਕਿੰਨਾ ਹੁੰਦਾ, 180 ਡਿਗਰੀ। ਇਹ ਮੈਂ ਤਾਂ ਰਿਜ਼ਲਟ ਤੁਹਾਨੂੰ ਹੁਣ ਆਪਾਂ ਇੱਥੇ ਯੂਜ਼ ਕਰਾਂਗੇ ਇਸ ਕੁਐਸਚਨ ਦੇ ਵਿੱਚ। ਚਿੱਤਰ ਵਿੱਚ ABCD ਇੱਕ ਚੱਕਰੀ ਚਤੁਰਭੁਜ ਹੈ ਜਿਸ ਵਿੱਚ AC ਅਤੇ BD ਬੇਟਾ ਦੋ ਵਿਕਰਨਾਂ ਹਨ। ਜੇਕਰ ਕੋਣ DBC 55 ਡਿਗਰੀ, ਬੇਟੇ ਸਭ ਤੋਂ ਪਹਿਲਾਂ ਡਾਇਗਰਾਮ ਦੇ ਵਿੱਚ ਕੋਣ ਜ਼ਰੂਰ ਆਪਾਂ ਨਾਲ ਦੀ ਨਾਲ ਮੈਂਸ਼ਨ ਕਰਨੇ ਆ। DBC ਇਹ ਵਾਲਾ ਕੋਣ ਬੇਟੇ ਕਿੰਨਾ ਹੈ, 55 ਡਿਗਰੀ। ਕੋਣ BAC ਇਹ ਵਾਲਾ ਬੇਟੇ ਕੋਣ ਜਿਹੜਾ ਹੈ ਕਿੰਨਾ ਹੈ, 45 ਡਿਗਰੀ। ਤਾਂ ਕੋਣ BCD ਆਪਾਂ ਬੇਟੇ ਆਹ ਕੋਣ ਪਤਾ ਕਰਨਾ ਹੈ। ਦੇਖੋ ਜਦੋਂ ਵੀ ਤੁਸੀਂ ਡਾਇਗਰਾਮ ਦੇਖਦੇ ਹੋ ਥੋੜਾ ਕ੍ਰਿਟੀਕਲੀ ਸੋਚੋ ਕਿ ਆਪਾਂ ਨੂੰ ਜਿਹੜੇ ਕੋਣ ਦਿੱਤੇ ਹੈ ਇਹਦੇ ਵਿੱਚੋਂ ਜਿਹੜਾ ਕੱਢਣਾ ਉਹਨਾਂ ਦਾ ਕੋਈ ਨਾ ਕੋਈ ਲਿੰਕ ਤਾਂ ਹੋਣਾ ਹੀ ਹੈ ਨਾ। ਹੁਣ ਦੇਖੋ ਆਹ ਵਾਲਾ ਜਿਹੜਾ ਬੇਟੇ ਕੋਣ ਹੈ ਇਹ ਕਿਹੜੀ ਆਰਕ ਨੇ ਬਣਾਇਆ, CD ਨੇ। ਠੀਕ ਹੈ ਬੇਟੇ, ਤਾਂ ਇਹੀ ਜਿਹੜੀ ਆਰਕ ਹੈ ਇੱਥੇ ਬੇਟੇ ਕੋਣ ਬਣਾ ਰਹੀ ਹੈ ਆਪਣੇ ਕੋਲ। ਠੀਕ ਹੈ, ਤਾਂ ਆਪਣੇ ਕੋਲ ਐਂਗਲ ਇਨ ਦਾ ਸੇਮ ਸੈਗਮੈਂਟ ਆਪਣੇ ਕੋਲ ਕੀ ਹੁੰਦੇ ਹਨ, ਬਰਾਬਰ ਹੁੰਦੇ ਹਨ। ਜੇ ਆ 55 ਡਿਗਰੀ ਹੈ ਤਾਂ ਬੇਟੇ ਆ ਵੀ ਕਿੰਨਾ ਹੋਏਗਾ, 55 ਡਿਗਰੀ। ਠੀਕ ਹੈ ਜੀ, ਤਾਂ ਆਪਣੇ ਕੋਲ ਇਹ ਟੋਟਲ ਐਂਗਲ ਬੇਟੇ ਕਿੰਨੇ ਦਾ ਬਣ ਜਾਏਗਾ, ਦੇਖੋ ਐਂਗਲ DAB ਇਜ਼ ਇਕੁਅਲ ਟੂ ਐਂਗਲ CAD ਪਲੱਸ ਐਂਗਲ BAC। ਯਾਨੀ ਕਿ ਟੋਟਲ ਐਂਗਲ ਬੇਟੇ ਤੁਹਾਡੇ ਕੋਲ ਕਿੰਨੇ ਡਿਗਰੀ ਦਾ ਬਣ ਗਿਆ, 100 ਡਿਗਰੀ ਦਾ। ਤਾਂ ਹੁਣ ਆਪਾਂ ਨੂੰ ਪਤਾ ਹੈ ਚੱਕਰੀ ਚਤੁਰਭੁਜ ਹੈ, ਜੇ ਆ 100 ਡਿਗਰੀ ਦਾ ਬੇਟੇ ਤੇ ਆ ਐਂਗਲ ਕਿੰਨੇ ਦਾ ਹੋਗਾ, ਹੁਣ ਤੁਸੀਂ ਕੱਢ ਲਿਆ ਹੋਣਾ। ਆਪੋਜ਼ਿਟ ਐਂਗਲਸ ਆਫ ਅ ਸਾਈਕਲਿਕ ਕੁਆਡਰੀਲੇਟਰਲ ਹੈ ਬੇਟੇ, ਤਾਂ ਇਹ ਆਪਣੇ ਕੋਲ ਡੈਫੀਨੇਟਲੀ 80 ਡਿਗਰੀ ਦਾ ਜਿਹੜਾ ਬੇਟੇ ਹੋਏਗਾ।
ਨੈਕਸਟ ਆਪਾਂ ਇੱਕ ਹੋਰ ਕੁਐਸਚਨ ਕਰ ਲੈਂਦੇ ਹਾਂ। ਚਿੱਤਰ ਵਿੱਚ ਕੇਂਦਰ O ਵਾਲੇ ਇੱਕ ਚੱਕਰ ਉੱਤੇ 3 ਬਿੰਦੂ ABC ਸਥਿਤ ਹਨ। ਠੀਕ ਹੈ ਬੇਟੇ, ਤੇ ਤਾਂ ਤੁਹਾਨੂੰ ਚਿੱਤਰ ਦੇ ਵਿੱਚ ਉਹਨੇ ਬਣਾ ਕੇ ਵੀ ਦਿੱਤਾ ਹੋਇਆ ਹੈ ਕਿ ਐਂਗਲ BOC ਬੇਟਾ 60 ਡਿਗਰੀ ਦਾ ਹੈ ਔਰ ਐਂਗਲ AOB ਕਿੰਨੇ BOC 30 ਡਿਗਰੀ ਦਾ ਹੈ ਬੇਟਾ ਤੇ ਦੂਜਾ ਐਂਗਲ 60 ਡਿਗਰੀ ਦਾ ਹੈ। ਜੇਕਰ ਚਾਪ ABC ਤੋਂ ਇਲਾਵਾ ਚੱਕਰ ਤੇ D ਇੱਕ ਬਿੰਦੂ ਹੋਵੇ ਤਾਂ ਬੇਟੇ ਅਸੀਂ ਆਹ ਕੌਣ ਪਤਾ ਹੁਣ ਤਾਂ ਕੱਢ ਵੀ ਲਿਆ ਹੋਣਾ ਬੱਚਿਆਂ ਨੇ ਮੇਰੇ ਖਿਆਲ ਨਾਲ ਮੇਰੇ ਤੋਂ ਪਹਿਲਾਂ ਹੀ। ਹੁਣ ਜੇ ਬੇਟੇ ਆਹ ਦੋਨੋਂ ਐਂਗਲ ਕਿੰਨੇ ਦੇ ਬਣ ਜਾਣਗੇ ਟੋਟਲ 90 ਡਿਗਰੀ ਦਾ, ਤੇ ਜਿਹੜਾ ਟੋਟਲ ਐਂਗਲ AOC ਹੈ, AOC ਦੇਖੋ ਬੇਟੇ ਐਂਗਲ ਜਿਹੜਾ AOC ਬੇਟੇ ਕਿੰਨੇ ਦਾ ਬਣ ਜਾਏਗਾ 60 ਡਿਗਰੀ ਪਲੱਸ 30 ਡਿਗਰੀ। ਮੈਂ ਪੂਰਾ ਪ੍ਰੂਫ ਨਹੀਂ ਕਰਾਵਾਂਗੀ ਕਿਉਂਕਿ ਟਾਈਮ ਬੇਟਾ ਆਪਣੇ ਕੋਲ ਘੱਟ ਹੈ। 90 ਡਿਗਰੀ ਦਾ ਹੋ ਗਿਆ। ਤੇ ਹੁਣ ਇਹੀ ਜਿਹੜੀ ਆਰਕ AC ਹੈ ਉਹ ਚੱਕਰ ਦੇ ਬਾਕੀ ਹਿੱਸੇ ਤੇ ਸਥਿਤ ਬਿੰਦੂ D ਤੇ ਬੇਟਾ ਕੋਣ ਕਿਹੜਾ ਬਣਾ ਰਹੀ ਹੈ ADC। ਤੇ ਹੁਣੇ ਆਪਾਂ ਕੀ ਪੜਿਆ ਸੀ ਕਿ ਇਹ ਜਿਹੜਾ ਕੋਣ ਕੇਂਦਰ ਤੇ ਬਣਿਆ ਕੋਣ ਇਸ ਕੋਣ ਤੋਂ ਦੁੱਗਣਾ ਹੁੰਦਾ ਹੈ, ਜਾਂ ਆਪਾਂ ਕੀ ਕਹਿ ਸਕਦੇ ਹਾਂ ਇਹ ਵਾਲਾ ADC ਜਿਹੜਾ ਕੋਣ ਹੈ ਇਹਦਾ ਹਾਫ ਹੋਏਗਾ, ਹਾਫ ਆਫ ਐਂਗਲ AOC। ਮੈਂ ਹੁਣ ਲਿਖਾਂਗੀ ਤਾਂ ਨਹੀਂ ਰਿਜ਼ਲਟ, ਪਰ ਤੁਹਾਨੂੰ ਹੁਣ ਪਤਾ ਵੀ ਹਨ ਦਿਸ ਇਜ਼ 45 ਡਿਗਰੀ। ਇਹ ਰਿਜ਼ਲਟ ਹੈ ਬੇਟਾ। ਇੱਕ ਚਾਪ ਦੁਆਰਾ ਕੇਂਦਰ ਉੱਤੇ ਬਣਾਇਆ ਗਿਆ ਕੋਣ ਚਾਪ ਦੁਆਰਾ ਚੱਕਰ ਦੇ ਕੇਂਦਰ ਤੇ ਬਣਾਇਆ ਗਿਆ ਕੋਣ ਚੱਕਰ ਦੇ ਬਾਕੀ ਹਿੱਸੇ ਦੇ ਬਣਾਏ ਗਏ ਕੋਣ ਤੋਂ ਦੁੱਗਣਾ ਹੁੰਦਾ ਹੈ। ਇੱਕ ਆਪਾਂ ਹੋਰ ਕੁਐਸਚਨ ਕਰ ਲੈਂਦੇ ਹਾਂ। ਚਿੱਤਰ ਵਿੱਚ ਐਂਗਲ PQR ਕਾਫੀ ਇੰਪੋਰਟੈਂਟ ਬੇਟਾ ਇਹ ਕੁਐਸਚਨ ਹੈ, ਪੇਪਰ 'ਚ ਬਹੁਤ ਵਾਰ ਆਉਂਦਾ ਇਹ ਵਾਲਾ ਕੁਐਸਚਨ। ਚਿੱਤਰ ਵਿੱਚ ਐਂਗਲ PQR ਬਰਾਬਰ ਹੈ 100 ਡਿਗਰੀ, ਜਿੱਥੇ PQ ਅਤੇ R ਕੇਂਦਰ O ਵਾਲੇ ਇੱਕ ਚੱਕਰ ਉੱਤੇ ਸਥਿਤ ਬਿੰਦੂ ਹਨ। ਠੀਕ ਹੈ ਬੇਟਾ, PQR 3 ਬਿੰਦੂ ਹਨ ਤੇ ਜਿਹੜਾ PR ਹੈ ਆਪਣੇ ਕੋਲ ਆਰਕ PR ਇਹਦੇ ਤੇ ਕਿਹੜੀ ਡਿਗਰੀ ਦਾ ਕੋਣ ਬਣਾ ਰਹੀ ਹੈ ਬੇਟਾ ਬਿੰਦੂ Q ਤੇ 100 ਡਿਗਰੀ ਦਾ। ਅਸੀਂ ਕਿਹੜਾ ਕੋਣ ਲੱਭਣਾ ਹੈ OPR ਬੇਟੇ, ਆਹ ਕੋਣ ਬੜਾ ਛੋਟਾ ਜਿਹਾ ਕੋਣ ਹੈ ਅਸੀਂ ਲੱਭਣਾ ਹੈ। ਠੀਕ ਹੈ, ਸੋਲੂਸ਼ਨ ਦੇਖੋ ਬੇਟਾ ਕੀ ਹੈ ਕਿ ਜਿਹੜਾ ਰਿਫਲੈਕਸ ਐਂਗਲ POR ਹੈ, ਦੇਖੋ ਬੇਟੇ ਧਿਆਨ ਨਾਲ ਆਹੀ ਇੱਕ ਇੰਪੋਰਟੈਂਟ ਗੱਲ ਹੈ। ਇੱਥੇ ਬੱਚੇ ਅਕਸਰ ਗਲਤੀ ਪਤਾ ਕੀ ਕਰਕੇ ਜਾਂਦੇ ਆ, ਜੇ ਆਹ 100 ਡਿਗਰੀ ਦਾ ਬੱਚਿਆਂ ਨੂੰ ਲੱਗਦਾ ਆਹ ਐਂਗਲ ਡਬਲ ਹੋਏਗਾ, ਇਹਨੂੰ ਡਬਲ ਕਰ ਜਾਂਦੇ ਨੇ, ਇਹਨੂੰ 200 ਦਾ ਕਰ ਲੈਂਦੇ। ਪਰ ਤੁਸੀਂ ਸੋਚੋ ਨਾ ਇਹ ਤਾਂ 200 ਦਾ ਹੋ ਹੀ ਨਹੀਂ ਸਕਦਾ ਕਿਉਂਕਿ ਤ੍ਰਿਭੁਜ ਬਣ ਰਿਹਾ, ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ 100। ਇੱਥੇ ਥੋੜਾ ਜਿਹਾ ਆਪਣਾ ਮਾਈਂਡ ਆਪਾਂ ਬੜੀ ਅੱਛੀ ਤਰ੍ਹਾਂ ਸੋਚਣਾ ਹੁੰਦਾ ਹੈ ਕ੍ਰਿਟੀਕਲੀ ਆਪਾਂ। ਤਾਂ ਦੇਖੋ ਜਿਹੜੀ ਆਰਕ ਹੈ ਬੇਟਾ PR, ਠੀਕ ਹੈ, ਇਹ ਕੇਂਦਰ ਤੇ ਇਹ ਵਾਲਾ ਕੋਣ ਬਣਾ ਰਹੀ ਹੈ ਔਰ ਕੇਂਦਰ ਦੇ ਬਾਕੀ ਹਿੱਸੇ ਤੇ ਸਥਿਤ ਐਂਗਲ 100। ਤਾਂ ਆਹ ਵਾਲਾ ਜਿਹੜਾ ਕੋਣ ਰਿਫਲੈਕਸ ਐਂਗਲ ਆਪਾਂ ਕਦੋਂ ਕਹਿੰਦੇ ਆ, ਜਦੋਂ 180 ਡਿਗਰੀ ਤੋਂ ਵੱਡਾ ਆਪਣੀ ਆਰਕ ਵੱਡੀ ਵੀ ਹੋ ਸਕਦੀ ਹੈ ਨਾ। ਆਰਕ ਤਾਂ ਆਪਣੇ ਕੋਲ ਚੱਕਰ ਦਾ ਕੋਈ ਵੀ ਭਾਗ ਹੈ, ਚਾਹੇ 180 ਤੋਂ ਵੱਡਾ ਬਣਾਵੇ ਕੋਣ ਜਾਂ ਛੋਟਾ ਬਣਾਵੇ। ਠੀਕ ਹੈ, ਤਾਂ ਇਹ 100 ਹੈ ਤਾਂ ਬੇਟੇ ਆਹ ਐਂਗਲ ਸਾਡੇ ਕੋਲ 200 ਡਿਗਰੀ ਦਾ ਬਣੇਗਾ, ਇਹ ਯਾਦ ਰੱਖਣਾ ਹੈ। ਤਾਂ ਰਿਫਲੈਕਸ ਐਂਗਲ POR ਇਜ਼ ਇਕੁਅਲ ਟੂ 2 ਮਲਟੀਪਲਾਈ ਐਂਗਲ PQR। ਇੱਕ ਚਾਪ ਦੁਆਰਾ ਕੇਂਦਰ ਤੇ ਬਣਾਇਆ ਗਿਆ ਕੋਣ ਚੱਕਰ ਦੇ ਬਾਕੀ ਹਿੱਸੇ ਤੇ ਸਥਿਤ ਕਿਸੇ ਕੋਣ ਤੋਂ ਦੁੱਗਣਾ ਹੁੰਦਾ ਹੈ। ਤੇ ਬੇਟਾ ਇਹ ਡਬਲ ਹੋ ਜਾਏਗਾ। ਜੇਕਰ ਡਬਲ ਹੈ ਬੇਟੇ ਤੇ ਅੰਦਰ ਵਾਲਾ ਕੋਣ ਹੁਣ ਅਸੀਂ ਫਾਈਂਡ ਆਊਟ ਕਰ ਸਕਦੇ ਹਾਂ। ਟੋਟਲ ਐਂਗਲ ਆਪਣਾ 360 ਡਿਗਰੀ ਦਾ ਹੁੰਦਾ ਤਾਂ ਅੰਦਰ ਵਾਲਾ ਕੋਣ ਬੇਟਾ 160 ਦਾ ਹੋ ਗਿਆ। ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ ਬੇਟੇ ਕਿੰਨਾ ਹੁੰਦਾ ਹੈ 180 ਡਿਗਰੀ। ਪਰ ਆਪਾਂ ਨੂੰ ਇਹ ਵੀ ਪਤਾ ਹੈ OP ਤੇ OR ਚੱਕਰ ਦੇ ਅਰਧ ਵਿਆਸ ਨੇ, ਦੋਨੋਂ ਬਰਾਬਰ ਹੈ, ਇਸ ਕਰਕੇ ਦੋਨੋਂ ਕੋਣ ਬਰਾਬਰ ਵੀ ਹੋਣਗੇ ਬੇਟੇ। ਇਹਨੂੰ ਵੀ x ਮੰਨ ਲੈਣਾ ਕੋਣ, ਇਹਨੂੰ x ਤੇ ਆ 160 ਡਿਗਰੀ ਦਾ ਐਂਗਲ ਬੇਟੇ। ਤਾਂ ਤੁਸੀਂ ਹੁਣ ਅੱਗੇ ਤਾਂ ਤੁਹਾਨੂੰ ਪਤਾ ਹੀ ਹੈ, ਦੱਸਣ ਦੀ ਜ਼ਰੂਰਤ ਨਹੀਂ ਹੈ, ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਐਸੇ ਤਰ੍ਹਾਂ ਦੇ ਬੇਟੇ ਕੁਝ ਹੋਰ ਕੁਐਸਚਨ ਨੇ, ਹੁਣ ਆਪਾਂ ਸਾਰੇ ਤਾਂ ਸ਼ਾਇਦ ਨਹੀਂ ਲੈ ਪਾਵਾਂਗੇ ਕਿਉਂਕਿ ਪੀਰੀਅਡ ਦਾ ਟਾਈਮ ਵੀ ਹੋ ਰਿਹਾ ਤੇ ਤੁਸੀਂ ਪਰ ਇਹ ਕੁਐਸਚਨਸ ਨੂੰ ਅੱਛੀ ਤਰ੍ਹਾਂ ਨਾਲ ਅੱਜ ਹੀ ਜਾ ਕੇ ਕਰਕੇ ਦੇਖੋ। ਕਲਾਸ ਦੇ ਵਿੱਚ ਵੀ ਬੇਟਾ ਚੱਲ ਰਹੀ ਹੋਣੀ ਹੈ, ਤੁਹਾਡੇ ਪੇਪਰ ਵੀ ਆ ਰਹੇ ਹੈ, ਇਸ ਕਰਕੇ ਇਸ ਯੂਨਿਟ ਦਾ ਆਪਾਂ ਕੋਈ ਵੀ ਕੁਐਸਚਨ ਹੈ ਜਿਹੜਾ ਨਹੀਂ ਛੱਡਣਾ। ਤੇ ਇਸ ਤਰ੍ਹਾਂ ਦੇ ਜੇ ਕੁਐਸਚਨ ਤੁਸੀਂ ਰਿਜ਼ਲਟ 2-4 ਵਾਰ ਜ਼ਰੂਰ ਪੜੋ ਤਾਂ ਕਿ ਤੁਸੀਂ ਕੁਐਸਚਨ ਤੁਹਾਨੂੰ ਦੇਖ ਕੇ ਸਮਝ ਆ ਜਾਏ ਕਿ ਕੁਐਸਚਨ ਹੈ ਕੀ। ਸਟੇਟਮੈਂਟ ਅੱਛੀ ਤਰ੍ਹਾਂ ਪੜ੍ਹਨੀ ਹੈ, ਡਾਇਗਰਾਮ ਬਣਾਓ, ਜੋ ਜੋ ਐਂਗਲ ਦਿੱਤੇ ਉਹਨਾਂ ਨੂੰ ਇੱਕ ਵਾਰ ਜ਼ਰੂਰ ਦੇਖੋ। ਹੁਣ ਜਿਵੇਂ ਆਪਾਂ ਇਹਦੇ ਵਿੱਚ ਜੇ ਆਪਾਂ ਦੇਖੀਏ ABC ਤੁਹਾਨੂੰ 69 ਦਿੱਤਾ ਹੈ ਬੇਟੇ, ਆ ਪੂਰਾ ਐਂਗਲ ਹੈ, ਇਹ ਤੁਹਾਨੂੰ 31। ਹੁਣ ਮੈਨੂੰ ਦਿਖ ਰਿਹਾ ਵੀ ਇਸ ਤ੍ਰਿਭੁਜ ਦੇ ABC ਦੇ ਮੈਨੂੰ ਦੋ ਕੋਣ ਆ ਪਤਾ ਨਹੀਂ, 69 ਇੱਕ 31 ਆ ਐਂਗਲ ਆਈ ਕੈਨ ਫਾਈਂਡ ਆਊਟ। ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ 180 ਡਿਗਰੀ ਹੈ। ਜੇ ਹੁਣ ਮੈਨੂੰ ਆ ਕੋਣ ਪਤਾ ਹੈ ਤਾਂ ਇਹ ਵਾਲਾ ਕੋਣ ਵੀ ਆਈ ਕੈਨ ਫਾਈਂਡ ਆਊਟ ਦ ਵੈਲਿਊ ਆਫ ਦ ਅਨਨੋਨ ਐਂਗਲ। ਠੀਕ ਹੈ ਬੱਚੋ, ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਜਿਹੜਾ ਲੈਕਚਰ ਹੈ ਅੱਛੀ ਤਰ੍ਹਾਂ ਸਮਝ ਆ ਗਿਆ ਹੋਵੇਗਾ, ਚੈਪਟਰ ਵੀ ਅੱਛੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਤੇ ਤੁਸੀਂ ਸਾਰਿਆਂ ਨੇ ਬੇਟੇ ਇਹ ਜਿਹੜਾ ਹੈਗਾ ਚੈਪਟਰ ਅੱਛੀ ਤਰ੍ਹਾਂ ਕਰਨਾ ਹੈ। 5 ਨੰਬਰ ਦਾ ਇਹਦੇ ਚੋਂ ਪੇਪਰ ਆਣਾ ਤੇ ਤੁਸੀਂ ਇਹ ਨੰਬਰ ਪੂਰੇ ਅੱਛੀ ਤਰ੍ਹਾਂ ਬਹੁਤ ਹੀ ਅੱਛੀ ਤਰ੍ਹਾਂ ਕੁਐਸਚਨ ਕਰਕੇ ਲੈ ਕੇ ਆਣਾ। ਥੈਂਕ ਯੂ ਸੋ ਮਚ।